The show is sponsored by Ashoka Tandoori Range. Enjoy the Indian taste. ਸਤਿ ਸ਼੍ਰੀ ਅਕਾਲ ਜੀ, ਮੈਂ ਹਰਿੰਕੂ ਚੌਧਰੀ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਦੇ ਵਿਸਤਾਰ 'ਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 267 ਸਰੂਪਾਂ ਦੀ ਕਮੇਟੀ ਨੇ ਕੀਤੀ ਜਾਂਚ ਕੀਤਾ ਗਿਆ ਰਿਕਾਰਡ ਅਲਮਾਰੀ ਵਿੱਚ ਰੱਖ ਕੇ ਰੂਮ ਨੂੰ ਕੀਤਾ ਸੀ। ਹੁਸ਼ਿਆਰਪੁਰ ਵਿੱਚ 11 ਸਾਲਾ ਬੱਚੀ ਨਾਲ ਜਬਰ ਜਨਾਹ, 26 ਸਾਲਾ ਨੌਜਵਾਨ ਨੇ ਕੀਤਾ ਬੱਚੀ ਨਾਲ ਘਿਨੌਣਾ ਕੰਮ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ। ਮੋਗਾ ਵਿੱਚ ਬਣਿਆ ਤਣਾਅਪੂਰਨ ਮਾਹੌਲ, ਕੱਪੜੇ ਦੇ ਸ਼ੋਰੂਮ ਅੰਦਰ ਵੜ ਕੇ ਦੁਕਾਨਦਾਰ ਤੇ ਕੀਤਾ ਜਾਨਲੇਵਾ ਹਮਲਾ, ਦੁਕਾਨਦਾਰ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਮੌਕੇ ਤੇ ਹੋਈ ਮੌਤ। ਅਤੇ ਪੱਟੀ ਸ਼ਹਿਰ ਵਿੱਚ ਵੀ ਖੋਲਿਆ ਗਿਆ ਸਸਤੀ ਦਵਾਈਆਂ ਲਈ ਗੁਰੂ ਨਾਨਕ ਮੋਦੀਖਾਨਾ, ਮਹਿਲਾ ਵੱਲੋਂ ਖੋਲਿਆ ਗਿਆ ਸਸਤੀ ਦਵਾਈਆਂ ਲਈ ਗੁਰੂ ਨਾਨਕ ਮੋਦੀਖਾਨਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਪ੍ਰਿੰਟਿੰਗ ਪ੍ਰੈਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਦਾ ਮਾਮਲਾ ਭਖਦਾ ਜਾ ਰਿਹਾ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਅਕਾਲ ਤਖਤ ਦੇ ਜਥੇਦਾਰ ਤੇ ਐਸਜੀਪੀਸੀ ਦੇ ਪ੍ਰਧਾਨ ਨੂੰ ਘੇਰਦੀਆਂ ਦਿਖਾਈ ਦੇ ਰਹੀਆਂ ਨੇ। ਦੇਖੋ ਇੱਕ ਖਾਸ ਰਿਪੋਰਟ। ਬੀਤੇ ਸਾਲ ਪਹਿਲਾਂ ਬਰਗਾੜੀ ਮਾਮਲੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੇ ਲਈ ਸੰਗਤਾਂ ਵਿੱਚ ਕਾਫੀ ਰੋਸ ਸੀ ਤੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਸੰਗਤਾਂ ਵੱਲੋਂ ਧਰਨਾ ਲਗਾਇਆ ਗਿਆ ਸੀ, ਜਿਸ ਦੇ ਲਈ ਸੰਗਤਾਂ ਨੇ ਇਹ ਗੱਲ ਮਨ ਵਿੱਚ ਧਾਰ ਲਈ ਕਿ ਜਦੋਂ ਤੱਕ ਇਸ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ ਉਸ ਸਮੇਂ ਤੱਕ ਸੰਗਤਾਂ ਧਰਨੇ ਉੱਤੋਂ ਨਹੀਂ ਉੱਠਣਗੀਆਂ। ਇਸ ਦੇ ਚੱਲਦਿਆਂ ਹੀ ਮੌਕੇ ਦੀਆਂ ਸਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਧਰਨਾ ਚੁਕਾਉਣ ਲਈ ਲਗਾਇਆ ਗਿਆ ਤੇ ਅਚਾਨਕ ਇੱਥੇ ਪੁਲਿਸ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਦੌਰਾਨ 3 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ। ਉੱਥੇ ਕੀਤਾ ਗਿਆ ਰਿਕਾਰਡ ਅਲਮਾਰੀ ਵਿੱਚ ਰੱਖ ਕੇ ਇਸ ਅਲਮਾਰੀ ਨੂੰ ਸੀਲ ਕਰ ਦਿੱਤਾ ਗਿਆ। ਇਸ ਰਿਕਾਰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਕਮੇਟੀ ਵੱਲੋਂ ਚੈੱਕ ਕੀਤਾ ਜਾਵੇਗਾ। ਇਸ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਅਤੇ ਗ੍ਰੰਥੀ ਸਿੰਘ ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਸਾਰਾ ਰਿਕਾਰਡ ਸਾਂਭ ਕੇ ਸੀਲ ਕਰ ਦਿੱਤਾ ਗਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਤੇ ਬਣਾਈ ਕਮੇਟੀ ਵੱਲੋਂ ਚੈੱਕ ਕੀਤਾ ਜਾਵੇਗਾ। ਰਿਕਾਰਡ ਦੇ ਬਾਰੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਾਨੂੰ ਆਦੇਸ਼ ਹੋਇਆ ਸੀ ਕਿ ਉੱਥੇ ਰਾਮਸਰ ਸਾਹਿਬ ਜਾ ਕੇ ਤੇ ਗਿਆਨੀ ਮਲਕੀਤ ਸਿੰਘ ਜੀ ਇੰਚਾਰਜ ਭਾਈ ਗੁਰਨਾਮ ਸਿੰਘ ਜੀ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਨਾਲ ਲੈ ਕੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ 267 ਸਰੂਪਾਂ ਨਾਲ ਰਿਕਾਰਡ ਸੀ ਇੱਥੋਂ ਅਧਿਕਾਰੀਆਂ ਕੋਲੋਂ ਉਹ ਪ੍ਰਾਪਤ ਕਰਕੇ ਇਸ ਅਲਮਾਰੀ ਵਿੱਚ ਰੱਖ ਦਿੱਤਾ ਗਿਆ ਤੇ ਇਹਨੂੰ ਉੱਪਰੋਂ ਸੀਲ ਕਰ ਦਿੱਤਾ ਗਿਆ। ਇਹ ਹੁਣ ਮਾਨਯੋਗ ਸਿੰਘ ਸਾਹਿਬ ਜੀ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਹੀ ਖੋਲ੍ਹਿਆ ਜਾਵੇਗਾ ਜੀ। ਮਾਨਯੋਗ ਸਿੰਘ ਸਾਹਿਬ ਜੀ ਕਮੇਟੀ ਬਣਾਉਣਗੇ ਜਿਹੜੀ ਜਾਂਚ ਕਰਨ ਵਾਸਤੇ ਤੇ ਉਹੀ ਸਿੰਘ ਸਾਹਿਬ ਜੀ ਇਹ ਕਰਨਗੇ। ਨਹੀਂ, ਅੱਜ ਪੁੱਛਤਾਛ ਦਾ ਕੋਈ ਮਾਮਲਾ ਨਹੀਂ ਸੀ, ਕੇਵਲ ਤੇ ਕੇਵਲ ਸਾਨੂੰ ਸਿੰਘ ਸਾਹਿਬ ਜੀ ਆਦੇਸ਼ ਹੀ ਜਾ ਕੇ ਜਿਹੜਾ ਸੰਬੰਧ 2015 ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਹੈ, ਜਿਹਦੇ ਵਿੱਚ ਮਹਾਰਾਜ ਦੇ ਸਰੂਪ ਛਪਣ ਦੀ ਗਿਣਤੀ ਦਾ ਵੇਰਵਾ, ਜਿੱਥੇ ਭੇਜੇ ਜਾਂਦੇ ਹਨ ਉਹਨਾਂ ਦਾ ਵੇਰਵਾ, ਲੈਜਰਾਂ, ਸਟੋਰ ਲੈਜਰਾਂ, ਜੋ ਵੀ ਸਟਾਕ ਸੀ ਸੰਬੰਧਿਤ ਉਹ ਸੀਲ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 267 ਪਾਵਨ ਸਰੂਪ ਗੁਰਦੁਆਰਾ ਰਾਮਸਰ ਸਾਹਿਬ ਪ੍ਰਿੰਟਿੰਗ ਪ੍ਰੈਸ ਦੇ ਸੰਬੰਧ ਵਿੱਚ ਆਪਾਂ ਸਾਰੇ ਸੁਣਦੇ ਆ ਰਹੇ ਹਾਂ, ਜੋ ਮੁੱਦਾ ਕਾਫੀ ਭਖਿਆ। ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਦੇ ਸਮੁੱਚੇ ਮੈਂਬਰਾਂ ਵੱਲੋਂ ਇਹ ਜਾਂਚ ਵਾਸਤੇ ਜਿਹੜਾ ਹੈ ਉਹ ਬੇਨਤੀ ਕੀਤੀ ਗਈ ਆ ਕਿ ਉਹ ਆਪਣੇ ਤੌਰ ਦੇ ਉੱਤੇ ਕੋਈ ਸਾਬਕਾ ਰਿਟਾਇਰਡ ਜੱਜ ਜਾਂ ਕੋਈ ਹੋਰ ਸ਼ਖਸੀਅਤ ਜਿਹੜੀ ਹੈ ਇਸ ਚੀਜ਼ ਦੇ ਉੱਤੇ ਪੂਰਾ ਧਿਆਨ ਦੇ ਕੇ ਤੇ ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੱਢਿਆ ਜਾ ਸਕੇ। ਸੋ ਉਹ ਪਾਵਨ ਸਰੂਪਾਂ ਦਾ ਜਿਹੜਾ ਰਿਕਾਰਡ ਹੈ 2015 ਤੋਂ ਲੈ ਕੇ ਹੁਣ ਤੱਕ ਦਾ, ਉਹ ਅੱਜ ਸਿੰਘ ਸਾਹਿਬ ਜੀ ਦੇ ਹੋਏ ਆਦੇਸ਼ਾਂ ਅਨੁਸਾਰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਮੁੱਚੀ ਟੀਮ, PA ਸਰਦਾਰ ਜਸਪਾਲ ਸਿੰਘ ਜੀ ਤੇ ਨਾਲ ਸਾਰਿਆਂ ਨੇ ਆ ਕੇ ਉਹ ਰਿਕਾਰਡ ਜਿਹੜਾ ਹੈ ਇੱਥੋਂ ਦੇ ਸਟਾਫ ਕੋਲੋਂ ਭਾਈ ਗੁਰਨਾਮ ਸਿੰਘ ਜੀ ਦੇ ਹੋਰ ਸਮੁੱਚੇ ਸਟਾਫ ਕੋਲੋਂ ਲੈ ਕੇ
ਇਹ ਵਿਸ਼ੇਸ਼ ਅਲਮਾਰੀ ਦੇ ਵਿੱਚ ਜਿਹੜਾ ਉਹ ਸੀਲ ਕਰ ਦਿੱਤਾ ਗਿਆ, ਜੋ ਕਿ ਮਾਨਯੋਗ ਜਥੇਦਾਰ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਇਹ ਖੋਲ੍ਹਿਆ ਜਾਵੇਗਾ ਤੇ ਉਹ ਇਹਦੇ ਉੱਤੇ ਜਿਹੜੀ ਨਵੀਂ ਟੀਮ ਦਾ ਗਠਨ ਕਰਨਗੇ। ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਉਹ ਸਿੱਖ ਸੰਗਤਾਂ ਵਿੱਚ, ਕਿਉਂਕਿ ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ, ਉਹਦੇ ਵਾਸਤੇ ਇਹ ਜਿੱਥੇ ਸੰਗਤਾਂ ਦੇ ਮਨ ਵਿੱਚ ਉੱਥੇ ਸਾਡੇ ਸਾਰਿਆਂ ਦੇ ਮਨਾਂ ਵਿੱਚ ਮਾਨਯੋਗ ਜਥੇਦਾਰ ਸਾਹਿਬ ਜੀ ਦੇ ਸਿੰਘ ਸਾਹਿਬਾਨਾਂ ਦੇ ਮਹਾਂਪੁਰਖਾਂ ਦੇ ਸਾਰਿਆਂ ਦੇ ਮਨਾਂ ਵਿੱਚ ਇਸ ਗੱਲ ਦਾ ਹੈ। ਪਰ ਗੁਰੂ ਸਾਹਿਬ ਕਿਰਪਾ ਕਰਨੀ ਸਾਰਾ ਜੋ ਘਟਨਾਕ੍ਰਮ ਹੈ ਸਾਹਮਣੇ ਆ ਸਕੇ। ਭਾਵੇਂ ਕਿ ਕਿਸੇ ਵੀ ਧਰਮ ਦੇ ਗ੍ਰੰਥ ਨਾਲ ਛੇੜਖਾਨੀ ਕਰਨ ਵਾਲੇ ਨੂੰ ਕਾਨੂੰਨੀ ਤੌਰ ਤੇ ਸਖਤ ਸਜ਼ਾ ਦੇਣ ਲਈ ਕਈ ਕਾਨੂੰਨ ਬਣਾਏ ਗਏ ਹਨ, ਪਰ ਇਨ੍ਹਾਂ ਕਾਨੂੰਨਾਂ ਦਾ ਲੋਕਾਂ ਤੇ ਕਿੰਨਾ ਕੁ ਪ੍ਰਭਾਵ ਹੈ, ਇਹ ਅਸੀਂ ਨਿੱਤ ਹੋ ਰਹੀਆਂ ਘਟਨਾਵਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਖਾਸ ਰਿਪੋਰਟ। ਹੁਣ ਗੱਲ ਕਰਾਂਗੇ ਹੁਸ਼ਿਆਰਪੁਰ ਦੀ, ਜਿੱਥੇ 26 ਸਾਲਾ ਨੌਜਵਾਨ ਵੱਲੋਂ 11 ਸਾਲਾ ਬੱਚੀ ਦੇ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਜੀ ਹਾਂ, ਦਸੂਹਾ ਪੁਲਿਸ ਨੇ ਪੀੜਿਤ ਬੱਚੀ ਦੇ ਬਿਆਨਾਂ ਤੇ ਦੋਸ਼ੀ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ 3 ਦਿਨ ਦੇ ਲਈ ਜੁਡੀਸ਼ੀਅਲ ਰਿਮਾਂਡ ਤੇ ਲਿਆ। ਪੰਜਾਬ ਵਿੱਚ ਕਰੋਨਾ ਦੇ ਚੱਲਦੇ ਲੋਕਾਂ ਵਿੱਚ ਡਰ ਦਾ ਮਾਹੌਲ ਤਾਂ ਬਣਿਆ ਹੀ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕਈ ਨੌਜਵਾਨ ਪੁਲਿਸ ਦੇ ਡਰ ਤੋਂ ਬੇਖੌਫ ਕਈ ਕਾਨੂੰਨੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆ ਰਹੇ। ਮਾਮਲਾ ਹੈ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਇੱਕ ਪਿੰਡ ਦਾ। ਇੱਥੇ 11 ਸਾਲ ਦੀ ਮਾਸੂਮ ਨੂੰ ਪਿੰਡ ਦੇ ਹੀ ਇੱਕ 26 ਸਾਲਾ ਨੌਜਵਾਨ ਜਸਕਰਨ ਸਿੰਘ ਲਾਡੂ ਵੱਲੋਂ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੀੜਿਤ ਬੱਚੀ ਦੇ ਮਾਤਾ-ਪਿਤਾ ਦੀ ਮੌਤ ਪਹਿਲਾਂ ਤੋਂ ਹੀ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ 4 ਭੈਣਾਂ ਨੇ ਤੇ ਉਹ ਆਪਣੀ ਤਾਈ ਦੇ ਨਾਲ ਹੀ ਰਹਿੰਦੀਆਂ ਨੇ। ਉੱਥੇ ਹੀ ਪੀੜਤ ਬੱਚੀ ਨੇ ਦੱਸਿਆ ਕਿ ਗੁਆਂਢ ਵਿੱਚ ਰਹਿ ਰਹੀ ਜੋਤੀ ਉਸ ਨੂੰ ਘਰ ਤੋਂ ਗਲੀ ਦੀ ਇੱਕ ਦੁਕਾਨ ਤੋਂ ਸਮਾਨ ਲਿਆਉਣ ਲਈ ਆਪਣੇ ਨਾਲ ਲੈ ਕੇ ਗਈ, ਪਰ ਬਾਜ਼ਾਰ ਜਾਣ ਤੋਂ ਪਹਿਲਾਂ ਜੋਤੀ ਉਸ ਨੂੰ ਆਪਣੇ ਘਰ ਲੈ ਗਈ। ਘਰ ਲਿਜਾ ਕੇ ਜੋਤੀ ਨੇ ਉਸ ਨੂੰ ਆਪਣੇ ਭਰਾ ਦੇ ਕਮਰੇ ਵਿੱਚ ਬੰਦ ਕਰ ਦਿੱਤਾ, ਜਿੱਥੇ ਉਸ ਦੇ ਭਰਾ ਲਾਡੂ ਨੇ ਬੱਚੀ ਦੇ ਨਾਲ ਘਟੀਆ ਕੰਮ ਨੂੰ ਅੰਜਾਮ ਦਿੱਤਾ। ਭੈਣ ਸੀਗੀ, ਉਹਦੀ ਭੈਣ ਮੈਨੂੰ ਘਰੇ ਲੈ ਕੇ ਗਈ ਸੀਗੀ। ਪਹਿਲਾਂ ਮੇਰੇ ਨਾਲ ਦੁਕਾਨ ਤੇ ਜਾਂਦੀ ਰਹੀ ਸੀ ਨਾ, ਤੇ ਹੁਣ ਵੀ ਮੈਨੂੰ ਲੈ ਕੇ ਗਈ ਸੀ, ਕਹਿੰਦੀ ਆਇਆ ਦੁਕਾਨ 'ਤੇ ਚਲੀਏ। ਤੇ ਇਦਾਂ ਨਾ ਮੈਨੂੰ ਮੈਂ ਕਿਹਾ ਤੇ ਪੈਸੇ ਹੈਗੇ, ਕਹਿੰਦੀ ਨਹੀਂ ਅੰਦਰੋਂ ਲਿਆਣੇ ਪੈਣੇ। ਤੇ ਇਦਾਂ ਕਮਰੇ 'ਚ ਲੈ ਗਈ ਤੇ ਮੈਨੂੰ ਇੱਧਰ ਦੇ ਅੰਦਰ ਕਮਰੇ ਛੱਡ ਕੇ ਤਾਂ ਆਪ ਦੂਜੇ ਕਮਰੇ ਵੜ ਗਈ। ਤੇ ਆਪਣੇ ਭਰਾ ਨਾਲ ਇਦਾਂ ਆਪਣੇ ਭਰਾ ਦੇ ਨਾਲ ਸਾਥ ਦੇ ਕੇ ਉਹਨੇ ਇਦਾਂ ਦਾ ਕੰਮ ਕਰਾਏ। ਤੇ ਫਿਰ ਬਾਅਦ 'ਚ ਨਾ ਮੇਰੀ ਤਾਈ ਆ ਗਈ ਸੀਗੀ ਸਹੀ ਮੌਕੇ 'ਤੇ, ਤਾਈ ਨੇ ਵੀ ਮੈਨੂੰ ਬਚਾਇਆ। ਮੈਂ ਤਾਂ ਉੱਠਣ ਜੋਗੀ ਨਹੀਂ ਰਹੀ ਸੀਗੀ, ਮੈਂ ਤਾਈ ਦੀ ਬਾਂਹ ਫੜੀ ਤੇ ਤਾਈ ਨੇ ਬਾਅਦ 'ਚ ਮੈਨੂੰ ਬਚਾ ਕੇ ਲਿਆਂਦੀ। ਫਿਰ ਤਾਈ ਮੈਨੂੰ ਘਰੇ ਲਿਆਈ, ਘਰਦਿਆਂ ਨੇ ਦੱਸਿਆ ਕਿ ਇੱਦਾਂ ਗੱਲ ਹੋਈ ਸਾਡੀ। ਕਹਿੰਦੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਹੁਣ ਖੁਦ ਦੀਆਂ ਵੀ ਉਹਨਾਂ ਦੀਆਂ ਭੈਣਾਂ ਹੈਗੀਆਂ, ਹੁਣ ਆਪਣੀ ਭੈਣਾਂ ਦੇ ਵੀ ਉਹਨਾਂ ਨੂੰ ਦੇਖਣੇ ਚਾਹੀਦਾ ਨਾ, ਦੂਜਿਆਂ ਦੀ ਭੈਣਾਂ ਦੇਖਣ ਦੇ ਪਹਿਲਾਂ। ਸਮਾਂ ਲੰਘਣ ਤੋਂ ਬਾਅਦ ਬੱਚੀ ਦੀ ਤਾਈ ਉਸ ਨੂੰ ਲੱਭਣ ਲਈ ਘਰ ਤੋਂ ਬਾਹਰ ਨਿਕਲੀ, ਜਿਸ ਤੋਂ ਬਾਅਦ ਬੱਚੀ ਦੀ ਤਾਈ ਉਸ ਨੂੰ ਲੈ ਕੇ ਪੁਲਿਸ ਥਾਣੇ ਪਹੁੰਚੀ। ਬੱਚੀ ਦੀ ਤਾਈ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਜਸਕਰਨ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਮੈਂ ਇਹਨੂੰ ਲੱਭਦੀ ਪਈ ਸੀ ਨਾ, ਤੇ ਮੈਂ ਨਿਆਣਿਆਂ ਨੂੰ ਪੁੱਛਿਆ, ਮੈਂ ਕਿਹਾ ਕੁੜੀ ਕਿੱਥੇ ਚਲ ਗਈ? ਕਹਿੰਦੇ ਉਹ ਨਾ ਜੋ ਭੈਣ। ਮੈਂ ਕਿਹਾ ਉਹ ਕਿਉਂ ਲੈ ਗਈ? ਕਹਿੰਦੇ ਦੁਕਾਨ ਤੇ ਜਾਣਾ ਆ। ਮੈਂ ਕਿਹਾ ਮੈਂ ਵੀ ਕੁਝ ਮੰਗਾਉਣਾ ਸੀਗਾ, ਮੇਰੇ ਪੈਸੇ ਲੈ ਜਾਂਦੇ, ਮੈਂ ਵੀ ਜਾਣਾ ਸੀ। ਮੈਂ ਕਿਹਾ ਚੱਲ ਮੈਂ ਉਹਨਾਂ ਦੇ ਘਰੇ ਪੈਸੇ ਫੜਾ ਲਏ, ਪਿੱਛੇ ਗਈ। ਮੈਂ ਜਦੋਂ ਉਹਨਾਂ ਦੇ ਘਰ ਗਈ ਨਾ, ਉਹ ਕੁੜੀ ਮੈਨੂੰ ਨਾ ਪੈ ਗਈ ਅੱਗੋਂ, ਮੈਨੂੰ ਮਤਲਬ ਔਖਾ ਬੋਲੀ। ਕਹਿੰਦੀ ਤੂੰ ਕੀ ਸਾਡੇ ਘਰੇ ਕਰਨ ਆਈ? ਮੈਂ ਕਿਹਾ ਮੈਂ ਆਈ ਤਾਂ ਆਈ ਮੈਂ। ਹਾਂਜੀ। ਤੇ ਕਹਿੰਦੀ ਤੂੰ ਚੱਲ ਜਾ। ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ। ਮੈਂ ਕਿਹਾ ਉਹ ਕੁੜੀ ਕਿੱਥੇ ਸਾਡੀ? ਕਹਿੰਦੀ ਉੱਧਰ ਆ। ਮੈਂ ਕਿਹਾ ਤੂੰ ਇੱਧਰ ਕਮਰੇ 'ਚ ਤਾਂ ਕੁੜੀ ਕਿਉਂ ਆਦੀ ਉੱਧਰ? ਤੇ ਜਦੋਂ ਕਹਿੰਦੀ ਉੱਧਰ ਜਾ ਕੇ ਦੇਖ ਲਾ, ਮੈਂ ਜੋ ਗਲਤ ਹੁੰਦਾ ਦੇਖਿਆ ਇਹਦੇ ਨਾਲ, ਫਿਰ ਮੈਂ ਆਪਣੇ ਘਰਦਿਆਂ ਨੂੰ ਬੁਲਾਇਆ ਸਾਰਿਆਂ ਨੂੰ। ਮੈਂ ਕੁੜੀ ਨੂੰ ਘਰ ਲੈ ਗਈ, ਘਰਦਿਆਂ ਨੂੰ ਸੱਦਿਆ, ਮੈਂ ਗੱਲਬਾਤ ਘਰਦਿਆਂ ਨਾਲ ਕੀਤੀ। ਮੈਂ ਕਿਹਾ ਇੱਦਾਂ ਮੈਂ ਦੇਖਿਆ ਆ, ਅੱਗੇ ਹੁਣ ਤੁਸੀਂ ਦੇਖ ਲਓ ਕੀ ਕਰਨਾ। ਮਾਮਲਾ ਕਹਿੰਦਾ ਕਿ ਮੈਡੀਕਲ ਕਿੱਟ ਆਈ ਸੀ ਉੱਥੇ, ਮੁਲਕ ਦੇ ਬੇਰ 'ਤੇ ਉਸੇ ਵੇਲੇ ਤੁਰੰਤ ਇੰਸਪੈਕਟਰ ਕਮਲੇਸ਼ ਕੌਰ ਜੀ ਨਾਲ ਹੋਰ ਸਟਾਫ ਮੌਕੇ 'ਤੇ ਪੁੱਜੇ। ਉਹ ਬੇਬੀ ਦਾ ਬਿਆਨ ਹਾਸਲ ਕਰਕੇ ਮੁਕੱਦਮਾ ਨੰਬਰ 150 ਦਰਜ ਕਰਕੇ ਤਫਤੀਸ਼ ਜਾਰੀ ਹੈ ਜੀ। ਜਿਹੜਾ ਮੁਕੱਦਮਾ ਦੋਸ਼ੀ ਸੁਖਵਿੰਦਰ ਲੱਡੂ ਆ, ਉਹਨੂੰ ਤੁਰੰਤ ਐਕਸ਼ਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਅੱਜ ਕੋਰਟ ਪੇਸ਼ ਅਦਾਲਤ ਕੀਤਾ ਗਿਆ, ਤਫਤੀਸ਼ ਜਾਰੀ ਹੈ। ਉੱਥੇ ਹੀ ਥਾਣਾ ਇੰਚਾਰਜ ਹਰਦੇਵ ਸਿੰਘ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਜਸਕਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਥਾਣਾ ਇੰਚਾਰਜ ਹਰਦੇਵ ਸਿੰਘ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਦਾ ਮੈਡੀਕਲ ਕਰਵਾ ਕੇ 376 ਪੋਸਕੋ ਐਕਟ ਦੇ ਹੇਠ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਅਦਾਲਤ ਤੋਂ 3 ਦਿਨ ਦੀ ਰਿਮਾਂਡ ਤੇ ਵੀ ਲੈ ਲਿਆ ਗਿਆ ਹੈ। ਮਾਮਲਾ ਕਹਿੰਦਾ ਕਿ ਮੈਡੀਕਲ ਕਿੱਟ ਆਈ ਸੀ ਉੱਥੇ, ਮੁਲਕ ਦੇ ਬੇਰ 'ਤੇ ਉਸੇ ਵੇਲੇ ਤੁਰੰਤ ਇੰਸਪੈਕਟਰ ਕਮਲੇਸ਼ ਕੌਰ ਜੀ ਨਾਲ ਹੋਰ ਸਟਾਫ ਮੌਕੇ 'ਤੇ ਪੁੱਜੇ। ਉਹ ਬੇਬੀ ਦਾ ਬਿਆਨ ਹਾਸਲ ਕਰਕੇ ਮੁਕੱਦਮਾ ਨੰਬਰ 150 ਦਰਜ ਕਰਕੇ ਤਫਤੀਸ਼ ਜਾਰੀ ਹੈ ਜੀ। ਜਿਹੜਾ ਮੁਕੱਦਮਾ ਦੋਸ਼ੀ ਸੁਖਵਿੰਦਰ ਲੱਡੂ ਆ, ਉਹਨੂੰ ਤੁਰੰਤ ਐਕਸ਼ਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਅੱਜ ਕੋਰਟ ਪੇਸ਼ ਅਦਾਲਤ ਕੀਤਾ ਗਿਆ, ਤਫਤੀਸ਼ ਜਾਰੀ ਹੈ।
ਭਾਵੇਂ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਕਾਨੂੰਨ ਹੋਰ ਸਖਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਅਜਿਹੀ ਕਾਨੂੰਨੀ ਹਰਕਤ ਨੂੰ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ। ਹੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੀ ਰਿਪੋਰਟ। ਮੋਗਾ ਜ਼ਿਲ੍ਹੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਥੇ ਇੱਕ ਦੁਕਾਨਦਾਰ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੀ ਗਲੀ ਨੰਬਰ 1 ਨਿਊ ਮਾਡਲ ਟਾਊਨ ਦੀ ਮਾਰਕੀਟ ਵਿੱਚ ਬਣੇ ਕੱਪੜੇ ਦੇ ਸ਼ੋਰੂਮ 'ਚ ਬੀਤੇ ਕੱਲ ਸਵੇਰੇ 7 ਵਜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਦੇ ਮਾਲਿਕ ਤਜਿੰਦਰ ਸਿੰਘ ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਦੁਕਾਨਦਾਰ ਦੀ ਮੌਕੇ ਤੇ ਮੌਤ ਹੋ ਗਈ। ਉਹਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਵਰੁਣ ਪੱਲਾ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਕਿ ਸੂਬੇ ਅੰਦਰ ਧਾਰਾ 144 ਲਾਗੂ ਹੋਣ ਤੇ ਵੀ ਅਜਿਹੀ ਘਟਨਾ ਵਾਪਰਨ ਤੋਂ ਸਿੱਧ ਹੋ ਜਾਂਦੀ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਫੇਸਬੁੱਕ ਤੇ ਪੋਸਟ ਪਾ ਕੇ ਲਈ ਗਈ ਹੈ ਤੇ ਘਟਨਾ ਦੇ ਤੁਰੰਤ ਬਾਅਦ ਐਸਐਸਪੀ ਹਰਮਨਬੀਰ ਸਿੰਘ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਮਝਦੇ ਕਾਂਗਰਸ ਸਰਕਾਰ ਦੀ ਸਰੇਆਮ ਨਾਕਾਮੀ ਹੈ। ਜਿੱਥੇ ਅੱਜ ਦਫਾ 144 ਲੱਗੀ ਵੀ ਉਹ 'ਚ ਪੁਲਿਸ ਵੀ ਬਿਲਕੁਲ ਫੇਲ ਹੈ। ਕਾਨੂੰਨ ਦਾ ਬੁਰਾ ਹਾਲ ਹੈ। ਤੁਸੀਂ ਦੇਖ ਲਓ ਸਰੇਆਮ ਇੱਕ ਵਪਾਰੀ ਨੂੰ, ਸ਼ਰੀਫ ਵਪਾਰੀ ਨੂੰ ਆ ਕੇ ਅੱਜ ਗੋਲੀਆਂ ਨਾਲ ਦਾਗ ਦਿੱਤੀਆਂ ਗਈਆਂ 4 ਤੇ ਉਹਦੀ ਡੈਥ ਹੋ ਗਈ। ਤੁਸੀਂ ਆਪ ਹੀ ਦੇਖ ਸਕਦੇ ਹੋ ਸਾਡੇ ਸ਼ਹਿਰ ਦਾ ਕੀ ਹਾਲ ਹੈਗਾ। ਸਿਰਫ 100 ਮੀਟਰ ਤੇ ਸਾਡਾ ਸਿਟੀ 2 ਸਾਈਡ ਦਾ ਥਾਣਾ ਹੈ ਤੇ ਨਾਲ ਹੀ ਤੁਸੀਂ ਪ੍ਰਤਾਪ ਰੋਡ ਦੇ ਜਾਓਗੇ ਤੇ ਉੱਥੇ ਨਾਕਾ ਲੱਗਿਆ ਹੋਇਆ ਵੀ ਉੱਥੇ ਪੁਲਿਸ ਤੈਨਾਤ ਹੋਈ ਵੀ ਹੈ। ਇੱਕ ਆਮ ਬੰਦੇ ਵਾਸਤੇ ਤਾਂ ਇੱਕ ਮਾਸਕ ਨਾ ਲਗਾਇਆ ਹੋਵੇ ਤੇ ਇੰਨੀ ਸਖਤੀ ਕੀਤੀ ਜਾਂਦੀ ਹੈ ਤੇ ਇੱਕ 3 ਗੈਂਗਸਟਰ ਆ ਕੇ ਮੋਟਰਸਾਈਕਲ ਤੇ ਆਮ ਬੰਦੇ ਆ ਕੇ ਇੱਥੇ ਗੋਲੀਆਂ ਮਾਰ ਜਾਂਦੇ ਨੇ ਸਾਰੇ ਆਮ। ਜਿੱਥੋਂ ਕਿ ਤੁਸੀਂ ਥਾਣਾ ਦੇਖੋਗੇ ਸਿਰਫ 300 ਕਿਲੋਮੀਟਰ ਦੂਰ ਆ, 100 ਮੀਟਰ ਤੇ ਆ ਸਿਰਫ। ਤਜਿੰਦਰ ਸਿੰਘ ਸਰਕਾ ਨਾਂ ਦੇ ਵਿਅਕਤੀ ਹੈ, ਥੱਲੇ ਕਰ ਲਈ ਮਾਈਕ। ਫਾਇਰ ਕੀਤੇ ਕੋਈ ਅਣਪਛਾਤੇ ਵਿਅਕਤੀ ਨੇ। ਸੋ ਇਹ ਕੋਈ ਕਾਲੇ ਮੋਟਰਸਾਈਕਲ ਪਲਸਰ ਤੇ ਆਏ ਸੀਗੇ, 2 ਜਣੇ ਲੱਗੇ। ਉਹਨਾਂ ਦੇ ਜਿਹੜੇ ਹੈਗੇ ਇਹਨਾਂ ਨੇ ਫਾਇਰ ਜਿਹੜੇ ਖੋਲ ਆ ਸਾਨੂੰ 5 ਮਿਲੇ ਤੇ 4 ਫਾਇਰ ਉਹਨਾਂ ਦੇ ਲੱਗੇ ਆ ਜੋ ਇਨੀਸ਼ੀਅਲੀ ਪਤਾ ਲੱਗਾ। ਤੇ ਇਹਦੀ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਡਿਫਰੈਂਟ ਐਂਗਲਸ ਤੋਂ। ਇਹ ਵੀ ਜਿਹੜਾ ਇਹਨਾਂ ਨੇ ਦੱਸਿਆ, ਇਹਨਾਂ ਦੇ ਬ੍ਰਦਰ ਨੇ ਜਿਹੜੇ ਉਹਨਾਂ ਨੇ ਦੱਸਿਆ ਇਹਨਾਂ ਦਾ ਕਿਸੇ ਮਤਲਬ ਕਿ ਖਾਸ ਕਿਸੇ ਨਾਲ ਕੋਈ ਦੂਜੀ ਦੁਸ਼ਮਣੀ ਨਹੀਂ ਹੈਗੀ। ਬਾਕੀ ਇਹਨੂੰ ਹੁਣ ਅਸੀਂ ਵਰਕਆਊਟ ਕਰਾਂਗੇ ਕਿ ਇਹਦਾ ਕੀ ਕਾਰਨ ਹੋ ਸਕਦਾ ਐਂਡ ਇਹਨੂੰ ਤਫਤੀਸ਼ ਨੂੰ ਬੜੇ ਸੁਚੱਜੇ ਢੰਗ ਨਾਲ ਕਰਾਂਗੇ। ਤਕਰੀਬ 7 ਵਜੇ ਦਾ ਹਾਦਸਾ ਹੈਗਾ। ਜੋ ਪਤਾ ਲੱਗਾ ਹੀ ਅੱਜ ਐਕਸਪਾਇਰਡ ਤੇ ਅਸੀਂ ਹੁਣ ਉਹਦੇ ਜਿਹੜਾ ਹੈਗਾ ਵਾ ਬਾਕੀ ਦੀ ਜਿਹੜੀ ਸੀ ਉਸਦੀ ਕਾਰਵਾਈ ਹੈਗੀ ਹੈ। ਕਈ ਤਰ੍ਹਾਂ ਦੇ ਐਂਗਲ ਨੇ, ਇਸ ਵੇਲੇ ਕਿਸੇ ਵੀ ਚੀਜ਼ ਨੂੰ ਇੱਕਦਮ ਨਹੀਂ ਕਿਹਾ ਜਾ ਸਕਦਾ। ਜੋ ਇਹਨਾਂ ਨੇ ਫੀਡਬੈਕ ਦਿੱਤੀ ਹੈ ਕਿ ਜੋ ਪਿਛਲੇ ਸਮੇਂ 'ਚ ਇਹਨਾਂ ਦਾ ਕਿਹਦੇ ਨਾਲ ਕੋਈ ਤਕਰਾਰ ਹੋਇਆ ਕਿ ਨਹੀਂ ਹੋਇਆ, ਤੇ ਜੋ ਵੀ ਇਹਨਾਂ ਨੇ ਸਾਰੀ ਗੱਲ ਦੱਸੀ ਉਹਨੂੰ ਅਸੀਂ ਵਰਕਆਊਟ ਕਰ ਰਹੇ ਹਾਂ ਸਾਰੇ ਐਂਗਲਾਂ ਤੋਂ ਕਿਹੜੀ ਮੇਨ ਕੌਜ਼ ਹੈ। ਸੋ ਜਿਹੜਾ ਬੰਦਾ ਜਿਹਨੇ ਗੋਲੀਆਂ ਚਲਾਈਆਂ ਉਹ ਜਿਹੜਾ ਸ਼ੱਕੀ ਵਿਅਕਤੀ ਉਹ 30 ਤੋਂ 35 ਸਾਲ ਦੀ ਉਮਰ ਦਾ ਲੱਗ ਰਿਹਾ। ਔਰ ਬਾਕੀ ਦਾ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਆ ਜਿਹੜਾ ਇਹਨਾਂ ਦਾ ਸੀਸੀਟੀਵੀ ਫੁਟੇਜ ਆ ਉਹਨੂੰ ਅਸੀਂ ਹੋਰ ਜਿਹੜਾ ਹੈਗਾ ਵਾ ਉਹਨੂੰ ਕਲੀਅਰ ਕਰਾਵਾਂਗੇ ਆਪਦੇ ਐਕਸਪਰਟਸ ਤੋਂ ਤਾਂ ਕਿ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇ। ਤਰਨਤਾਰਨ ਦੀ ਕਿਸਾਨ ਯੂਨੀਅਨ ਜ਼ਿਲ੍ਹਾ ਕੰਪਲੈਕਸ ਵਿਖੇ ਇਕੱਤਰ ਹੋਈ, ਜਿਸ ਦੇ ਤਹਿਤ ਸਰਹੱਦੀ ਕਿਸਾਨ ਯੂਨੀਅਨ ਸੂਬਾ ਵਾਈਸ ਪ੍ਰਧਾਨ ਸੁਰਜੀਤ ਸਿੰਘ ਖੇਮਕਣ ਦੀ ਅਗਵਾਈ ਹੇਠ ਤਰਨਤਾਰਨ ਏਡੀਸੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨਾਂ ਨੇ ਭਾਰਤ ਪਾਕਿਸਤਾਨ ਕੰਡਿਆਲੀ ਤਾਰ ਤੋਂ ਪਾਰ ਲਾਈਨ ਉੱਪਰ ਖੇਤੀ ਦਾ ਮਾਣਯੋਗ ਹਾਈ ਕੋਰਟ ਵੱਲੋਂ ਦਿੱਤਾ ਫਸਲ ਮੁਆਵਜ਼ਾ 10,000 ਰੁਪਏ ਪ੍ਰਤੀ ਏਕੜ ਦਾ ਸਾਲ 2018 ਤੋਂ ਹੁਣ ਤੱਕ ਦਾ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਕਹੀ। ਅੱਜ ਅਸੀਂ ਬਾਰਡਰ ਕਿਸਾਨ ਯੂਨੀਅਨ ਵਾਲਿਆਂ ਨੇ ਜਿਹੜਾ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਮੁਤਾਬਕ ਸਾਨੂੰ ਤਾਰਬੰਦੀ ਤੋਂ ਅੱਗੇ 10,000 ਰੁਪਏ ਪ੍ਰਤੀ ਏਕੜ ਮਿਲਦਾ ਸੀ, ਉਹ ਪੈਸੇ ਸਾਨੂੰ ਜਿਹੜੇ ਕੋਰਟ 'ਚ ਆਪਣਾ ਕੇਸ ਕਰਨ ਤੇ 16-17 ਦੇ ਆਏ ਸਨ ਅੱਜ ਤੋਂ 2 ਸਾਲ ਪਹਿਲਾਂ। ਉਹਨਾਂ 'ਚ 1 ਕਰੋੜ ਦਾ ਗਬਨ ਹੋ ਗਿਆ ਸੀ। ਐਸਡੀਐਮ ਅਨੂਪ੍ਰੀਤ ਕੌਰ ਨੇ ਕੀਤਾ ਸੀ। ਉਹ ਪੈਸੇ ਅਜੇ ਕਿਸਾਨਾਂ ਨੂੰ 1 ਕਰੋੜ ਦੀ ਰਾਸ਼ੀ ਜਿਹੜੀ ਆ ਬਹੁਤ ਕਿਸਾਨ ਰਹੇ ਉਹਨਾਂ ਨੂੰ ਨਹੀਂ ਮਿਲੇ। ਉਹਦੀ ਅਸਾਂ ਇਨਕੁਆਰੀ ਮਾਨਯੋਗ ਡੀਸੀ ਸਭਰਵਾਲ ਦੇ ਟਾਈਮ ਤੇ ਮਾਰਚ 18 ਤੇ ਮਈ 18 ਚ ਲਾਈ ਸੀ। ਉਹਦੇ ਵਿੱਚ ਇਹਨੇ ਸਰਕਾਰ ਨੇ ਹਾਈ ਕੋਰਟ ਨੂੰ ਜੂਸੀ ਦੇ ਦਿੱਤਾ ਤੇ ਹਾਈ ਕੋਰਟ ਨੂੰ ਲਿਖ ਕੇ ਦਿੱਤਾ ਕਿ ਇਹ ਇਨਕੁਆਰੀ ਚੱਲ ਰਹੀ ਹੈ, ਇਸ ਕਰਕੇ ਇਹਨਾਂ ਦਾ ਕੇਸ ਜਿਹੜਾ ਵਾ ਖਤਮ ਕੀਤਾ ਜਾਵੇ। ਤੇ ਕੋਰਟ ਨੇ ਰੀਸਟੋਰ ਕੇਸ ਕਰਤਾ ਸੀ ਔਰ ਸਰਕਾਰ ਨੇ ਇਹਦਾ ਕੀਤਾ ਸੀ ਕਿ ਅਸੀਂ ਛੇਤੀ ਪੈਸੇ ਦੇਵਾਂਗੇ। ਉਹ ਸਾਡਾ ਕੇਸ ਇਨਕੁਆਰੀ ਵਾਲਾ ਤੇ ਪੈਸੇ ਵਾਲਾ ਨਾਲ ਠੰਡੇ ਬਸਤੇ 'ਚ ਪਾ ਦਿੱਤਾ ਸੀ। ਕਰੋਨਾ ਦਾ ਬਹਾਨਾ ਬਣਾ ਲਿਆ ਸੀ। ਅਸੀਂ ਕਰੋਨਾ ਨੂੰ ਦੇਖਦੇ ਕਾਫੀ ਸਮਾਂ ਇਹਨਾਂ ਨੂੰ ਇਹ ਆਪਣਾ ਮਜਬੂਰ ਨਹੀਂ ਕੀਤਾ। ਹਾਰ ਕੇ ਉਹ ਕਿਸਾਨ ਜਿਨ੍ਹਾਂ ਨੂੰ ਪੈਸੇ 16-17 ਦੇ ਨਹੀਂ ਮਿਲੇ ਉਹ ਸੰਘਰਸ਼ ਕਰਨ ਵਾਸਤੇ ਮਜਬੂਰ ਹੋ ਰਹੇ ਹਨ, ਕੋਰਟ 'ਚ ਜਾਣ ਵਾਸਤੇ ਮਜਬੂਰ ਹੋਏ ਹਨ। ਨਿਰਾ ਇਹ ਨਹੀਂ ਕਿ 18, 19 ਤੇ 20 3 ਸਾਲ ਦੇ ਫਿਰ ਪੈਸੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁਕਮ ਮੁਤਾਬਕ ਜਿਹੜੇ ਸਾਨੂੰ ਮਿਲ ਜਾਣੇ ਚਾਹੀਦੇ ਸਨ ਆਏ ਸਾਲ ਉਹ ਵੀ ਨਹੀਂ ਮਿਲੇ। ਇਸ ਕਰਕੇ ਸਾਡੇ 3 ਸਾਲਾਂ ਦੇ ਇਹ ਵੀ ਮੁਆਵਜ਼ਾ ਪੈਂਡਿੰਗ 'ਚ ਪਿਆ ਵਾ। ਇਹ ਅਦਾਲਤ ਨੇ
ਵਿੱਚ ਅਸੀਂ ਜਾਣ ਦੀ ਤਿਆਰੀ ਕੀਤੀ ਆ, ਸੰਘਰਸ਼ ਆਉਣ ਦੀ ਤਿਆਰੀ ਕੀਤੀ ਆ। ਅੱਜ ਮਾਨਯੋਗ ਡੀਸੀ ਸਾਹਿਬ ਨੂੰ ਇਹੋ ਹੀ ਕਹਿਣ ਆਏ ਆ ਕਿ ਸਾਨੂੰ ਨਾ ਸੜਕਾਂ 'ਤੇ ਰੋਲਿਆ ਜਾਵੇ, ਨਾ ਹਾਈ ਕੋਰਟ 'ਚ ਜਾਣ ਦਿੱਤਾ ਜਾਵੇ, ਤਾਂ ਕਿ ਅਸੀਂ ਖਰਚੇ ਤੋਂ ਬਚ ਜਾਈਏ। ਜੇ ਤੁਸੀਂ ਸਾਨੂੰ ਮਜਬੂਰ ਕਰੋਗੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇ ਸੰਘਰਸ਼ ਵੀ ਕਰਾਂਗੇ ਸੜਕਾਂ 'ਤੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਜਲਦੀ ਹਾਜ਼ਰ ਹੁੰਦੇ ਹਾਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੇਸ਼ ਅੰਦਰ ਇੱਕ ਪਾਸੇ ਤਾਂ ਫੌਜੀ ਜਵਾਨ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਦੇਸ਼ ਦੀ ਰਾਖੀ ਕਰ ਰਹੇ ਨੇ ਤੇ ਦੂਜੇ ਪਾਸੇ ਇਹਨਾਂ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਜਾਤੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਹਾ ਤਾਜ਼ਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਜੀਤਪੁਰ ਤੋਂ, ਜਿੱਥੇ ਇੱਕ ਫੌਜੀ ਜਵਾਨ ਦੇ ਪਰਿਵਾਰ ਦੇ ਨਾਲ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਉਹਨਾਂ ਲੋਕਾਂ ਨੇ ਫੌਜੀ ਦੀ ਮਾਂ ਦੀ ਪਿੱਠ ਉੱਤੇ ਕੁੱਟ-ਕੁੱਟ ਕੇ ਨਿਸ਼ਾਨ ਪਾ ਦਿੱਤੇ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੌਜੀ ਜਵਾਨ ਦਾ ਪਰਿਵਾਰ ਆਪਣੀ ਜ਼ਮੀਨ ਤੇ ਗਿਆ ਸੀ ਕਿ ਪਿੰਡ ਦੇ ਦਵਿੰਦਰ ਕੌਰ ਦੇ ਨਾਲ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੇ ਸ਼ਰੀਰ ਤੇ ਨਿਸ਼ਾਨ ਪੈ ਗਏ। ਹੁਣ ਪਰਿਵਾਰ ਵਾਲਿਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਮੇਰੇ ਹਸਬੈਂਡ ਆਰਮੀ 'ਚ ਨੇ ਤੇ ਉਹ ਮੈਂ ਵਜੀਦਪੁਰ ਦੀ ਰਹਿਣ ਵਾਲੀ ਹਾਂ। ਇਹ ਧੱਕਾਸ਼ਾਹੀ ਸਾਡੇ ਨਾਲ ਦਵਿੰਦਰ ਸਿੰਘ ਨੇ ਕੀਤੀ। ਦਵਿੰਦਰ ਸਿੰਘ ਤੇ ਉਹਦੇ ਪਰਿਵਾਰ ਨੇ, ਪੂਰੇ ਪਰਿਵਾਰ ਨੇ। ਉਹਨੇ ਬਸ ਸਾਡੇ ਮਤਲਬ ਕਿ ਪਾਣੀ ਵਾਲਾ ਖਾਲਾ ਸੀ, ਉਹ ਆ ਕੇ ਢਾਉਣ ਦੀ ਕੋਸ਼ਿਸ਼ ਕੀਤੀ, ਬੰਦ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਹਨੂੰ ਰੋਕਿਆ ਤੇ ਉਹਨੇ ਸਾਡੇ ਤੇ ਵਾਰ ਕੀਤਾ, ਡਾਂਗਾ ਸੋਟਿਆਂ ਨਾਲ। ਸਾਡੀ ਬਜ਼ੁਰਗ ਮਾਤਾ ਤੇ ਸਾਡੇ ਬਜ਼ੁਰਗ ਬਾਪੂ ਜੀ, ਉਹਨਾਂ ਨਾਲ ਕੁੱਟਮਾਰ ਕੀਤੀ ਆ, ਉਹਨਾਂ ਦੇ ਸੱਟਾਂ ਫੇਟਾਂ ਲਾਈਆਂ ਤੇ ਮੇਰੀ ਉਹ ਮਤਲਬ ਕਿ ਇੱਜ਼ਤ ਨੂੰ ਪੈ ਨੇ। ਤੇ ਮੈਂ ਮਤਲਬ ਕਿ ਦਵਿੰਦਰ ਸਿੰਘ ਹਾਂਜੀ, ਮੈਂ ਉੱਥੋਂ ਭੱਜ ਕੇ ਮੈਂ ਕੁੱਲਗੜ੍ਹੀ ਥਾਣੇ SHO ਸਾਹਿਬ ਦੇ ਪੇਸ਼ ਹੋਈ ਹਾਂ ਜਾ ਕੇ। ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਮੈਂ ਘਰ ਵਾਪਸ ਆ ਗਈ ਹਾਂ। ਮੇਰੇ ਛੋਟੇ ਜਿਹੇ ਬੱਚੇ ਨੂੰ ਵੀ ਉਹਨਾਂ ਮਾਰਿਆ ਕੁੱਟਿਆ ਏ ਤੇ ਸਾਡੀ ਮਾਤਾ ਨੂੰ ਸੱਟਾਂ ਲਾ ਕੇ ਤੇ ਉੱਥੇ ਖੇਤ ਦੇ ਵਿੱਚ ਹੀ ਸੁੱਟ ਗਏ ਨੇ। ਤੇ ਉਹਨਾਂ ਨੇ ਮੈਨੂੰ ਆ ਕੇ ਜਦੋਂ ਖਿੱਚ ਧੂਈ ਕੀਤੀ ਤੇ ਮੈਂ ਆਪਦੀ ਹਿੰਮਤ ਨਾਲ ਭੱਜ ਕੇ ਤੇ ਮੈਂ ਥਾਣੇ ਚਲੀ ਗਈ ਹਾਂ ਤੇ ਸਾਡੇ ਪਿੱਛੇ ਕੋਈ ਵੀ ਨਹੀਂ ਆਇਆ। ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਮੌਕੇ ਤੇ ਸੀ, ਉਹਨਾਂ ਨੇ ਵੀ ਕੋਈ ਸਾਡੀ ਸਹਾਇਤਾ ਨਹੀਂ ਕੀਤੀ, ਕੋਈ ਪੁਲਿਸ ਨਹੀਂ ਬੁਲਾਈ, ਕੋਈ ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ। ਉਹਨਾਂ ਨੇ ਮੌਕੇ ਤੇ ਖੜ ਕੇ ਸਾਡੇ ਨਾਲ ਸਭ ਇਹ ਕੰਮ ਕਰਵਾਇਆ ਏ। ਮੇਰੀ ਕੈਪਟਨ ਸਾਹਿਬ ਨੂੰ ਇਹ ਅਪੀਲ ਆ ਵੀ ਸਾਨੂੰ ਇਨਸਾਫ ਮਿਲੇ। ਉਹ ਇੱਕ ਫੌਜੀ ਦਾ ਦਰਦ ਸਮਝਦੇ ਨੇ, ਫੌਜੀ ਤਾਂ ਸਰਹੱਦਾਂ ਤੇ ਰਾਖੀ ਕਰਦੇ ਨੇ, ਦੇਸ਼ ਦੀ ਸਹਾਇਤਾ ਕਰਦੇ ਨੇ ਤੇ ਉਹਨਾਂ ਦੇ ਪਰਿਵਾਰ ਨਾਲ ਆਹ ਹਾਲ ਹੋ ਰਿਹਾ ਪਿੱਛੋਂ। ਬਸ ਮੇਰੀ ਇਹੀ ਅਪੀਲ ਆ ਕੈਪਟਨ ਸਾਹਿਬ ਨੂੰ ਕਿ ਸਾਡੀ ਮਦਦ ਕੀਤੀ ਜਾਵੇ, ਸਾਨੂੰ ਬਸ ਇਹਨਾਂ ਨੂੰ ਸਜ਼ਾ ਮਿਲੇ। ਕੁੱਟਮਾਰ ਐਵੇਂ ਹੋਈ ਹੈ, ਮੇਰੀ ਜ਼ਮੀਨ 'ਚ ਉਹਨਾਂ ਨੇ ਪੈਲੀ 'ਚ ਮੇਰੀ 'ਚ ਮਿੱਟੀ ਸੱਟੀ ਸੀ, ਪਾਣੀ ਲਾਉਣਾ ਸੀ। ਅਸੀਂ ਆਪਦੀ ਜ਼ਮੀਨ 'ਚ ਗਏ ਹਾਂ। ਜ਼ਮੀਨ 'ਚ ਜਾ ਕੇ ਅਸੀਂ ਖਲੋਤੇ ਹਾਂ, ਅਸੀਂ ਮਿੱਟੀ ਮਾਰੀ ਤੇ ਭੱਜੇ ਆਏ ਨੇ। ਆਣ ਕੇ ਤੇ ਮੈਨੂੰ ਕੁੱਟਣ ਮਾਰਨ ਲੱਗ ਪਿਆ। ਮੇਰਾ ਬੰਦਾ ਵੀ ਬਜ਼ੁਰਗ ਸੀ, ਸਾਡੇ ਕੋਲ ਹੋਰ ਕੋਈ ਨਹੀਂ। ਪੁੱਤਰ ਮੇਰਾ ਬਾਹਰ ਨੌਕਰੀ ਤੇ ਆ, ਚੀਨ ਦੇ ਬਾਰਡਰ ਤੇ ਆ। ਅਸੀਂ ਉਹਦੇ ਮਾਂ ਪਿਓ ਆ। ਮੇਥੋਂ ਗੱਲ ਨਹੀਂ ਹੁੰਦੀ। ਮੈਨੂੰ ਇਹਨਾਂ ਨੇ ਬਹੁਤ ਕੁੱਟਿਆ ਤੇ ਇਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ, ਬੁੜੀਆਂ ਵੀ ਬੰਦਿਆਂ ਵੀ। ਦਵਿੰਦਰ ਵੀ, ਉਹਦੇ 2 ਬੱਚੇ, ਇੱਕ ਉਹਦਾ ਭਰਾ ਬੱਬੂ ਹੈ, ਉਹਨੂੰ ਆਂਦੇ ਆ ਬੱਬੂ। ਉਹਨਾਂ ਦੀਆਂ ਜਨਾਨੀਆਂ ਸਾਰੀਆਂ, ਉਹ ਅਸੀਂ 3, ਇੱਕ ਮੇਰਾ ਪੋਤਰਾ ਉਹ ਛਾਬਲ ਕੇ ਤੋਂ ਘਰੇ ਅਸੀਂ 2 ਜਣੇ, ਉਹ 15-16 ਜਣੇ। ਆਣ ਕੇ ਉਹਨਾਂ ਨੇ ਬਹੁਤ ਮੈਨੂੰ ਖਿੱਚ ਧਰੂ ਕੀਤੀ ਬੜੀ। ਉਹਨਾਂ ਦੀ ਪੈਲੀ ਉੱਚੀ ਤੇ ਮੇਰੀ ਸੀ ਨੀਵੀਂ। ਮੈਨੂੰ ਆਵੇ ਇੱਥੋਂ ਖਿੱਚ ਕੇ ਤੇ ਮੈਨੂੰ ਆਪਦੇ ਉੱਤੇ ਪੈਲੀ 'ਚ ਚੜਾਉਣ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਫੈਸਲਾ ਹੋਵੇ ਤੇ ਇਹਨਾਂ ਸਾਡੇ ਨਾਲ ਧੱਕਾ ਕੀਤਾ। ਮੀਂਹ ਨੇ ਜਿੱਥੇ ਸਾਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਇਹ ਮੀਂਹ ਕਈ ਥਾਵਾਂ ਤੇ ਆਫਤ ਦੇ ਰੂਪ ਵਿੱਚ ਸਾਹਮਣੇ ਆਇਆ। ਇਸੇ ਦੇ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਬਣੀ ਗਊਸ਼ਾਲਾ ਵਿੱਚ ਇਸ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਗਊਸ਼ਾਲਾ ਦੀ ਛੱਤ ਡਿੱਗਣ ਕਾਰਨ 4 ਗਾਵਾਂ ਉਸ ਦੇ ਮਲਬੇ ਦੇ ਥੱਲੇ ਦਬ ਗਈਆਂ ਤੇ ਮੌਕੇ ਤੇ ਹੀ ਗਊਆਂ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਸਾਨੂੰ ਗਊਸ਼ਾਲਾ ਦੀ ਮੁਰੰਮਤ ਲਈ ਕੁਝ ਪੈਸੇ ਦਿੱਤੇ ਸਨ, ਪਰ ਪ੍ਰਸ਼ਾਸਨ ਦੀਆਂ ਮਿਹਨਤਾਂ ਕਰਕੇ ਵੀ ਉਹਨਾਂ ਦੀ ਕੋਈ ਨਹੀਂ ਸੁਣੀ ਗਈ, ਜਿਸ ਕਰਕੇ ਅੱਜ ਗਊਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ। ਹਾਦਸਾ ਜੀ, ਇਹ ਛੱਤਾਂ ਜੀ ਸਾਡੀਆਂ ਪੁਰਾਣੀਆਂ ਹੋ ਚੁੱਕੀਆਂ ਸੀ, ਕਾਫੀ ਸਮੇਂ ਤੋਂ ਬਣੀਆਂ ਹੋਈਆਂ ਸੀਗੀਆਂ ਤੇ ਇਸ ਕਰਕੇ ਉਹ ਬਾਰਿਸ਼ ਜ਼ਿਆਦਾ ਹੋਣ ਕਰਕੇ ਇਹ ਕਮਜ਼ੋਰ ਹੋ ਗਈਆਂ ਸੀ, ਉਹ ਡਿੱਗ ਪਈਆਂ। ਕਮੇਟੀ ਕੋਲੇ ਫੰਡਾਂ ਦੀ ਕਮੀ ਸੀ। ਪਿੱਛੇ ਜੇ ਬੀਬਾ ਜੀ ਨੂੰ ਅਸੀਂ ਬੇਨਤੀ ਕੀਤੀ ਸੀ, ਬੀਬਾ ਜੀ ਨੇ 3 ਲੱਖ ਗ੍ਰਾਂਟ ਦੇ ਭੇਜ ਵੀ ਦਿੱਤੇ ਸੀਗੇ। 24/9/2019 ਨੂੰ ਇਹ ਗ੍ਰਾਂਟ ਬੀਬਾ ਜੀ ਨੇ ਕਮੇਟੀ ਦੇ ਖਾਤੇ ਪਵਾਤੀ ਸੀਗੀ।
ਇਹ ਪਿਛਲੇ 8-9 ਮਹੀਨਿਆਂ ਤੋਂ ਕਮੇਟੀ ਕੋਲ ਹੀ ਪਿਆ ਇਹ ਪੈਸਾ 3 ਲੱਖ। ਅਸੀਂ ਵਾਰ-ਵਾਰ ਕਮੇਟੀ 'ਚ ਬੇਨਤੀ ਵੀ ਕੀਤੀ ਸੀ ਵੀ ਇਹ ਪੈਸੇ ਦਾ ਤੁਸੀਂ ਸ਼ੈੱਡ ਪਵਾ ਦਿਓ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਵੀ ਇੱਕ ਉਹ ਪੈਸਾ ਰਿਲੀਜ਼ ਕੀਤਾ ਜਾਵੇ, ਸਖਤ ਕਾਰਵਾਈ ਕੀਤੀ ਜਾਵੇ। ਜਿਹੜੇ ਅਧਿਕਾਰੀ ਕਰਮਚਾਰੀ ਇਸ ਗੱਲ ਨੂੰ ਕੋਈ ਸੀਰੀਅਸ ਨਹੀਂ ਲੈਂਦੇ, ਕੋਈ ਗ੍ਰਾਂਟ ਆਈ ਹੈ ਉਹਨੂੰ ਪ੍ਰੋਪਰਲੀ ਟਾਈਮ ਤੇ ਨਹੀਂ ਡਿਸਪੋਜ਼ ਆਫ ਕਰਵਾਉਂਦੇ। ਗਊਸ਼ਾਲਾ ਕਮੇਟੀ ਦੇ ਅਸੀਂ ਮੈਂਬਰ ਹਾਂ ਜੀ। ਗਊਸ਼ਾਲਾ ਵਾਸਤੇ ਅਕਾਲੀ ਸਰਕਾਰ ਵੇਲੇ ਸਾਨੂੰ 20 ਲੱਖ ਰੁਪਈਆ ਗ੍ਰਾਂਟ ਆਈ ਸੀ। ਅਸੀਂ ਉਹਦਾ ਮਗਰਲੇ ਪਾਸੇ ਸ਼ੈੱਡ ਵੀ ਬਣਾਇਆ, ਹੋਰ ਕੰਮ ਧੰਦੇ ਅਸੀਂ ਕੀਤੇ। ਹੁਣ ਸ਼ੈੱਡ ਵਾਸਤੇ ਵੀ ਹਰਸਿਮਰਤ ਕੌਰ ਨੇ ਸਾਨੂੰ 9 ਮਹੀਨੇ ਹੋ ਗਏ 3.5 ਲੱਖ ਰੁਪਈਆ ਗ੍ਰਾਂਟ ਦਿੱਤੀ ਸੀ, ਜਿਹਦੇ ਅਸੀਂ ਈਓ ਦੀਆਂ ਪ੍ਰਧਾਨ ਦੀਆਂ ਮਿੰਨਤਾਂ ਕਰ ਰੱਜ ਕੇ ਸਾਡੇ ਪੈਸੇ ਨਹੀਂ ਦਿੱਤੇ। ਜੇ ਸਾਨੂੰ ਪੈਸੇ ਦਿੱਤੇ ਹੁੰਦੇ ਸਾਨੂੰ ਆਹ ਦਿਨ ਦੇਖਣੇ ਨਾ ਪੈਂਦੇ ਜਿਹੜੀ ਅੱਜ ਸਾਡੀ ਗਊਸ਼ਾਲਾ ਡਿੱਗ ਪਈ ਤੇ ਸਾਡੀਆਂ ਗਊਆਂ ਦਾ ਨੁਕਸਾਨ ਹੋ ਗਿਆ। ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜਾ ਸਾਡਾ 3.5 ਲੱਖ ਰੁਪਈਆ ਗਊਸ਼ਾਲਾ ਦਾ ਉਹ ਸਾਨੂੰ ਦਿੱਤਾ ਜਾਵੇ ਤਾਂ ਅਸੀਂ ਆਪਦਾ ਸ਼ੈੱਡ ਬਣਾ ਸਕੀਏ। ਮਾਨਯੋਗ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਦੇ ਖਾਤੇ 'ਚੋਂ ਸਾਨੂੰ 3 ਲੱਖ ਰੁਪਏ ਮਤਲਬ ਕਿ ਗਊਸ਼ਾਲਾ ਦੇ ਸ਼ੈੱਡ ਪਿੱਛੇ ਆਏ ਹੋਏ ਨੇ ਤੇ ਅਸੀਂ ਉਹਦਾ ਟੈਂਡਰ ਵੀ ਲਵਾਤਾ ਤੇ ਟੈਂਡਰ ਅਲਾਉਟ ਵੀ ਕਰਤਾ, ਲੇਕਿਨ ਲਾਕਡਾਊਨ ਹੋ ਗਿਆ ਤੇ ਸਾਡੀ ਗਊਸ਼ਾਲਾ ਦੇ ਨੁਮਾਇੰਦੇ ਨਾਲ ਗੱਲ ਵੀ ਹੋਈ। ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਸ਼ੈੱਡ ਦਾ ਨਕਸ਼ਾ ਦੇਵਾਂਗੇ ਤੇ ਜਦੋਂ ਸਾਨੂੰ ਸ਼ੈੱਡ ਦਾ ਨਕਸ਼ਾ ਦੇ ਦਿੰਦੇ ਨੇ ਤਾਂ ਅਸੀਂ ਤਿਆਰ ਕਰਕੇ ਅਸੀਂ ਸ਼ੁਰੂ ਕਰਾ ਦਿੰਦੇ। ਸਾਡੇ ਵੱਲੋਂ ਤਾਂ ਅੱਜ ਵੀ ਸ਼ੈੱਡ ਮਤਲਬ ਕਿ ਸ਼ੁਰੂ ਕਰ ਲੈਣ ਤਾਂ ਮਤਲਬ ਕਿ ਸਾਨੂੰ ਪੇਮੈਂਟ ਦੇਣ ਦੀ ਕੋਈ ਪ੍ਰੋਬਲਮ ਨਹੀਂ, ਲਵੇ ਖੜ ਕੇ ਅਸੀਂ ਸ਼ੈੱਡ ਬਣਾਵਾਂਗੇ। ਜੇ ਸਮਾਨ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਸਮਾਨ ਲੈਣ, ਅਸੀਂ ਤਾਂ ਉਹਦੀ ਵੀ ਪੇਮੈਂਟ ਕਰ ਦਿਆਂਗੇ, ਸਾਨੂੰ ਇਸ ਵਿੱਚ ਕੋਈ ਦਿੱਕਤ ਨਹੀਂ। ਲੇਕਿਨ ਸਾਨੂੰ ਕੋਈ ਦੱਸ ਨਹੀਂ ਰਿਹਾ ਵੀ ਸ਼ੈੱਡ ਕਿੱਥੇ ਬਣਾਉਣਾ ਹੈ ਤੇ ਉਸ ਤੋਂ ਬਗੈਰ ਅਸੀਂ ਬਣਾ ਨਹੀਂ ਸਕਦੇ, ਕਿਉਂਕਿ ਸਾਂਝੀ ਸੰਸਥਾ ਹੈ ਤੇ ਪੈਸੇ ਤਾਂ ਉਹਨਾਂ ਦੇ ਪੁੱਛਣ ਤੇ ਦੱਸਣ ਤੇ ਲੱਗਣਾ। ਕਿਉਂਕਿ ਜੇ ਅਸੀਂ ਕੋਈ ਆਪਦੇ ਲੈਵਲ ਤੇ ਬਣਾਤਾ ਤੇ ਉੱਥੇ ਸਹੀ ਥਾਂ ਨਾ ਹੋਈ ਤਾਂ ਫਿਰ ਗਊਆਂ ਦੇ ਕਿਸੇ ਕੰਮ ਨਹੀਂ ਆਣਾ। ਕੋਰੋਨਾ ਵਾਇਰਸ ਮਹਾਮਾਰੀ ਅਤੇ ਲੋਕਡਾਊਨ ਦੇ ਚੱਲਦਿਆਂ ਕਈ ਕਿਰਾਏਦਾਰ ਪੈਸੇ ਦੀ ਤੰਗੀ ਕਾਰਨ ਬਹੁਤ ਪਰੇਸ਼ਾਨ ਚੱਲ ਰਹੇ ਨੇ। ਉੱਥੇ ਹੀ ਮਕਾਨ ਮਾਲਕਾਂ ਵੱਲੋਂ ਵੀ ਕਈ ਕਿਰਾਏਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉੱਥੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ, ਜਿੱਥੇ ਇੱਕ ਦੁਕਾਨ ਮਾਲਿਕ ਨੂੰ ਕਿਰਾਇਆ ਨਾ ਮਿਲਣ ਤੇ ਕਿਰਾਏਦਾਰ ਨੂੰ ਦੁਕਾਨ ਨਹੀਂ ਖੋਲ੍ਹਣ ਦਿੱਤੀ ਗਈ। ਇਸ ਸੰਬੰਧੀ ਕਿਰਾਏਦਾਰ ਗੀਤਾ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਰੀਬ ਪਿਛਲੇ 7 ਸਾਲਾਂ ਤੋਂ ਇਸ ਦੁਕਾਨ ਤੇ ਆਪਣਾ ਸੈਲੂਨ ਚਲਾ ਰਹੀ ਹੈ ਅਤੇ ਕੋਰੋਨਾ ਵਾਇਰਸ ਅਤੇ ਲੋਕਡਾਊਨ ਕਰਕੇ ਉਹ ਕਿਰਾਇਆ ਨਹੀਂ ਦੇ ਸਕੇ, ਪਰ ਉਸ ਦੇ ਦੁਕਾਨ ਮਾਲਿਕ ਨਾਲ ਗੱਲ ਕੀਤੀ ਕਿ ਉਹ ਹਰ ਮਹੀਨੇ ਜੋ ਬਣਦਾ ਕਿਰਾਇਆ ਤੇ ਪਿਛਲਾ ਬਕਾਇਆ ਦੇ ਦੇਣਗੇ। ਇਸ ਸੰਬੰਧੀ ਕਿਰਾਏਦਾਰ ਗੀਤਾ ਅਰੋੜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਬਣਦਾ ਕਿਰਾਇਆ ਤੇ ਪਿਛਲਾ ਕਿਰਾਇਆ ਸਮੇਂ ਸਿਰ ਦੇ ਦੇਣਗੇ ਅਤੇ ਉਹਨਾਂ ਨੂੰ ਦੁਕਾਨ ਖੋਲ੍ਹਣ ਦਿੱਤੀ ਜਾਵੇ। ਦੂਜੇ ਪਾਸੇ ਦੁਕਾਨ ਮਾਲਿਕ ਜਸਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਕਿਰਾਇਆ ਨਹੀਂ ਮਿਲ ਰਿਹਾ। ਲੋਕਡਾਊਨ ਦੀ ਵਜ੍ਹਾ ਨਾਲ ਥੋੜਾ ਜਿਹਾ ਤਾਂ ਕਿਰਾਇਆ ਜੁੜ ਗਿਆ ਸੀਗਾ ਤੇ ਥੋੜਾ ਜਿਹਾ ਬਿੱਲ ਵੀ ਜੁੜਿਆ ਹੋਇਆ। ਪਹਿਲਾਂ ਮੈਂ ਥੋੜਾ ਜਿਹਾ ਤਾਰਿਆ ਵੀ ਆ ਤੇ ਉਹ ਤਾਂ ਕਰਕੇ ਪਰੇਸ਼ਾਨ ਕਰਦੇ ਪਏ ਆ ਜੀ। ਤੇ ਕਿੰਨਾ ਬਿੱਲ ਹੈਗਾ? ਬਿੱਲ ਹੈਗਾ ਜੀ 60,000 ਰੁਪਈਆ। ਵੈਸੇ ਪਹਿਲਾਂ 1,20,000 ਸੀ, ਅਸੀਂ 30,000 ਦੀਆਂ ਮੈਂ 2 ਚੈੱਕ ਦਿੱਤੇ ਸੀ ਤੇ ਮੈਂ ਕਿਹਾ ਵੀ ਚਲੋ ਹੌਲੀ ਹੌਲੀ ਤਾਰ ਦਾਂਗੇ ਉਹਨਾਂ ਨੂੰ। ਜਿਸ ਲੋਕਡਾਊਨ ਕਰਕੇ ਫਿਰ ਉਹ ਰਹਿ ਗਿਆ। ਨਹੀਂ ਸਰ, ਸਾਡੀ ਪਾਰਟਨਰਸ਼ਿਪ ਨਹੀਂ ਸੀ ਇਹਨਾਂ ਨਾਲ, ਕਦੀ ਵੀ ਨਹੀਂ ਹੋਈ ਇਹਨਾਂ ਨਾਲ ਪਾਰਟਨਰਸ਼ਿਪ ਸਾਡੀ। ਕਿਰਾਇਆ ਤਾਂ ਇੱਕ ਦਿਨ ਦਾ ਵੀ ਨਹੀਂ ਅਸੀਂ ਰੋਕਿਆ ਜੀ, ਆਹ 3 ਮਹੀਨਿਆਂ ਦਾ ਹੀ ਹੈ ਬਿਲਕੁਲ। ਅਸੀਂ ਕਦੀ ਮਹੀਨੇ ਟੂ ਮਹੀਨੇ 6 ਮਹੀਨਿਆਂ ਦੇ ਕਿਰਾਇਆ ਦਿੰਦੇ ਪਏ ਸੀ ਜੋੜ ਜੋੜ ਕੇ। ਨਹੀਂ ਸਰ, ਸਾਂਝਾ ਤਾਂ ਬਿਲਕੁਲ ਨਹੀਂ ਸੀ, ਮੇਰੇ ਭਰਾ ਨਾਲ ਸਾਂਝਾ ਸੀਗਾ। ਪਹਿਲਾਂ ਉਹ ਹੋ ਗਿਆ ਵਾ ਤੇ ਉਹਨੂੰ ਅਸੀਂ ਪੈਸੇ ਦਿੱਤੇ, ਇਹਨਾਂ ਨਾਲ ਤਾਂ ਕਦੀ ਵੀ ਸਾਂਝਾ ਨਹੀਂ ਸੀ ਸਾਡਾ। ਹਾਂਜੀ, ਇਹ ਕਿਰਾਏ ਤੇ ਕਿਰਾਏਨਾਮਾ ਵੀ ਹੈਗਾ ਸਾਡੇ ਕੋਲੇ, ਕਿਰਾਇਆ ਦਿੱਤਾ ਕਿਰਾਏਨਾਮਾ ਹੈਗਾ। ਕਿੰਨਾ ਕਿਰਾਇਆ? ਇਹ ਜੀ 9,000 ਕਿਰਾਇਆ ਕੀਤਾ ਸੀਗਾ ਤੇ ਫਿਰ ਇਹਨਾਂ 1000 ਵਧਾਇਆ ਸੀਗਾ, ਹੁਣ 10,000 ਦਿੰਦੇ ਸੀ ਅਸੀਂ ਕਿਰਾਇਆ। ਸਰ ਕਾਰਨ ਇਹਨਾਂ ਦਾ ਸਾਡਾ ਥੋੜਾ ਬਹੁਤਾ ਲਹਿੰਗਿਆ ਕਰਕੇ ਬੋਲ ਬਲਈਆ ਮਾੜਾ ਮੋਟਾ ਹੋ ਗਿਆ ਸੀ। ਸਲੂਨ 'ਚ ਤਾਂ ਕੋਈ ਗੱਲ ਹੀ ਨਹੀਂ ਸੀ ਇਹਨਾਂ ਦੀ ਤੇ ਇਹਨਾਂ ਨੇ ਸਾਨੂੰ ਸਲੂਨ ਦੀ ਵੀ ਧਮਕੀ ਦੇਣੀ ਸ਼ੁਰੂ ਕਰਤੀ ਕਿ ਤੁਸੀਂ ਵਿਹਲਾ ਕਰ ਦਿਓ। ਲਹਿੰਗਿਆਂ ਦਾ ਕੰਮ ਸਾਂਝਾ ਸੀ, ਉਹ ਵੱਖਰੀ ਦੁਕਾਨ ਨਾਲ ਹੀ ਹੈ ਜੀ। ਉਹਦੇ ਤੇ ਇਹਨਾਂ ਨੇ ਤਾਲਾ ਮਾਰਿਆ ਹੋਇਆ, ਜਿੱਦਾਂ ਦੀ ਇਹਨਾਂ ਨੇ ਸਾਂਝ ਸਾਡੇ ਨਾਲ ਕੀਤੀ ਹੈ। ਇੱਕ ਦਿਨ ਵੀ ਇਹਨਾਂ ਨੇ ਦੁਕਾਨ ਨਹੀਂ ਖੁੱਲ੍ਹਣ ਦਿੱਤੀ। ਉਹ ਅਸੀਂ ਫਿਰ ਵੀ ਚੁੱਪ ਕਰਕੇ ਬੈਠੇ ਰਹੇ ਵੀ ਚਲੋ ਕੋਈ ਗੱਲ ਨਹੀਂ। ਸਰ ਦਰਖਾਸਤ ਅਸੀਂ ਤਾਂ ਇਹਨਾਂ ਨੂੰ ਮਿੰਨਤਾਂ ਨਾਲ ਹੀ ਮਨਾਉਂਦੇ ਰਹੇ ਤੇ ਦਰਖਾਸਤ ਇਹਨਾਂ ਨੇ ਦਿੱਤੀ, ਪਹਿਲ ਇਹਨਾਂ ਨੇ ਕਰਤੀ ਤੇ ਫਿਰ ਸਾਨੂੰ ਦਰਖਾਸਤ ਦੇਣੀ ਪਈ। ਸਰ ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ। ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਸਾਨੂੰ ਸਾਲ ਦਾ ਟਾਈਮ ਦਿੱਤਾ ਜਾਵੇ। ਵੀਰ ਜੀ ਇਹਨਾਂ ਨੂੰ 6 ਸਾਲ ਹੋ ਗਏ ਇੱਥੇ ਰਹਿੰਦੇ ਨੂੰ, 6.5 ਸਾਲ ਹੋ ਗਏ। ਇਹ ਨਾ ਦਾ ਇੱਥੇ ਬਿੱਲ ਤਾਰ ਤੇ ਸਾਡਾ ਲੱਖ ਰੁਪਏ ਲਾ ਕੇ ਸਾਡਾ ਬਿੱਲ ਬਣਿਆ ਪਿਆ ਇਹਨਾਂ ਦਾ, ਕੋਠੀ ਦਾ ਵੀ ਤੇ ਸਲੂਨਦਾਰ ਲਾ ਗਏ। ਇਹ ਬਿੱਲ ਦਾ ਨਾ ਕਿਰਾਇਆ ਦੇ ਜਾਂਦਾ ਆ। ਕਿਰਾਇਆ ਦੇ ਹਿਸਾਬ ਨਾਲ ਵੀ ਇਹਨਾਂ ਨੂੰ ਸਾਨੂੰ ਕਿਹੜੇ ਨਾਲ ਪਾਰਟਨਰਸ਼ਿਪ ਕਰਨੀ ਆ, ਉਹ 'ਚ ਸਾਡਾ ਧੋਖਾ ਕੀਤਾ ਇਹਨਾਂ ਨੇ। ਪਹਿਲਾਂ ਕਿਤੇ ਫਰਨੀਚਰ ਬਣਾ ਲਿਆ, ਉਹਦਾ ਤਾਂ ਨਹੀਂ ਕਿਰਾਇਆ ਦਿੰਦੇ ਰਹੇ ਅਸੀਂ। ਕਿਤੇ ਅਸੀਂ ਕੁੜੀ ਦਾ ਵਿਆਹ ਕਰ ਲਿਆ, ਕਦੇ ਅਸੀਂ ਮੁੰਡੇ ਦਾ ਵਿਆਹ ਕਰ ਲਿਆ। ਇਹ ਬਹਾਨੇ ਮਾਰਦੇ ਰਹੇ, ਇਹਨੂੰ ਕਿਰਾਇਆ ਨਹੀਂ ਦਿੰਦੇ, ਨਾ ਸਾਡਾ ਬਿੱਲ ਤਾਰਦੇ ਆ। ਹੁਣ ਦੱਸੋ ਅਸੀਂ ਕਿਤਾਲੇ ਦਾ ਮਰੀ ਠੀਕ ਹੈ। ਮੈਂ ਆਖਿਆ ਸੀ ਵੀ ਇਹ ਫਰਨੀਚਰ ਬਣਾਇਆ ਵਾ, ਫਰਨੀਚਰ ਇੰਨੇ ਲੱਖ ਦਾ ਬਣਿਆ ਵਾ, ਉਹ ਕਿਰਾਇਆ ਹੀ ਕੱਟਣਾ ਵਾ। ਕੋਈ ਹਿਸਾਬ ਕਿਤਾਬ ਕਦੀ ਲਿਆ ਸੀ ਇਹਨਾਂ ਤੋਂ? ਹਿਸਾਬ ਕਿਤਾਬ ਮੰਗਦੇ ਰਹੇ ਆ, ਕਿਤੇ ਵੀ ਤਾਂ ਫਰਨੀਚਰ ਬਣਾਇਆ ਵਾ ਉਹਦਾ ਅਸੀਂ ਪੈਸੇ ਕੱਟ ਲਏ ਆ। ਅਸੀਂ ਥਾਣੇ ਹੁਣ ਰਿਪੋਰਟ ਦਿਖਾਈ 6-7 ਦਿਨ ਹੋ ਗਏ ਥਾਣੇ, ਉੱਥੇ ਖਰਾਬ ਹੁੰਦੇ ਨੇ, ਇਹ ਉੱਥੇ ਨਹੀਂ ਪਹੁੰਚਦੇ। ਤਾਂ ਇਹ ਲੱਖ ਰੁਪਈਆ ਸਾਡਾ ਬਿੱਲ ਬਣਿਆ ਇੱਕ ਦਿਨ ਦਾ। ਕਿੰਨੇ ਚਿਰ ਹੋ ਗਿਆ ਰੌਲਾ ਪਾਉਂਦੇ ਨੂੰ। ਇਹ ਕਹਿੰਦੇ ਅਸੀਂ ਕਬਜ਼ਾ ਕਰਨਾ ਵਾ। ਇਹਦਾ ਭਿੱਖੀ ਬੇਟਾ ਸਲੂਨ ਖੋਲ੍ਹਿਆ ਸੀ, ਉੱਥੇ ਵੀ ਉਹ ਕੁਛ ਕਰਦੇ ਰਹੇ ਭਿੱਖੀ ਬੇਟਾ।
ਕਿ ਜੇ ਇਹਨਾਂ ਨੇ ਆਪਣਾ ਕੋਲ ਖੋਲ੍ਹਿਆ ਉੱਥੇ ਹੀ ਉਹ ਕਰਦੇ ਰਹੇ ਆ, ਪਿੱਛੇ ਵੀ ਕੁਛ ਕਰਕੇ ਆਏ ਨਹੀਂ। ਹੁਣ ਕਿਤੇ ਵੀ ਥਾਂ ਦੇ ਤਾਲੇ ਮਾਰਤੇ ਆ, ਅਸੀਂ ਵੀ ਸਾਡਾ ਬਿੱਲ ਤਾਰ ਦਿਓ, ਸਾਡਾ ਕਿਰਾਇਆ ਕਲੀਅਰ ਕਰ ਦਿਓ। ਲੁਧਿਆਣਾ ਵਿੱਚ ਖੁੱਲੇ ਗੁਰੂ ਨਾਨਕ ਮੋਦੀਖਾਨਾ ਤੋਂ ਪ੍ਰਭਾਵਿਤ ਹੋ ਕੇ ਹੁਣ ਤਰਨਤਾਰਨ ਦੇ ਪੱਟੀ ਸ਼ਹਿਰ ਦੇ ਇੱਕ ਮੈਡੀਕਲ ਸਟੋਰ ਮਾਲਕ ਨੇ ਆਪਣੀ ਦਵਾਈਆਂ ਵਾਲੀ ਦੁਕਾਨ ਨੂੰ ਗੁਰੂ ਨਾਨਕ ਮੋਦੀਖਾਨੇ ਵਾਂਗ ਚਲਾਉਣ ਦਾ ਪ੍ਰਣ ਲਿਆ ਅਤੇ ਗੁਰੂ ਨਾਨਕ ਮੋਦੀਖਾਨਾ ਬਣਾ ਲਿਆ। ਇਸ ਮੌਕੇ ਐਸਜੀਪੀਸੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਬੇਟੀ ਉਹ ਵੀ ਲੁਧਿਆਣਾ ਸ਼ਹਿਰ ਵਾਂਗ ਪੱਟੀ ਸ਼ਹਿਰ ਵਿੱਚ ਸਸਤੀਆਂ ਦਵਾਈਆਂ ਲਈ ਮੋਦੀਖਾਨਾ ਖੋਲ੍ਹਣਾ ਚਾਹੁੰਦੇ ਨੇ ਤੇ ਉਹ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਉਸ ਦਾ ਸਾਥ ਦਿੰਦੇ ਹੋਏ ਅਰਵਿੰਦਰਜੀਤ ਕੌਰ ਦੇ ਇਸ ਨੇਕ ਕੰਮ ਵਿੱਚ ਉਸ ਦਾ ਸਾਥ ਦਿੱਤਾ ਹੈ। ਦੇਖੋ ਇਹ ਖਾਸ ਰਿਪੋਰਟ। ਗੁਰੂ ਨਾਨਕ ਸਭ ਦਾ ਪਿਆਰਾ 13 ਹੀ ਤੋਲਦਾ, ਇਸੇ ਤਰਜ਼ ਤੇ ਪੂਰੇ ਪੰਜਾਬ ਵਿੱਚ ਮੋਦੀਖਾਨੇ ਖੋਲ੍ਹੇ ਜਾ ਰਹੇ ਹਨ, ਜਿਹਦੀ ਸ਼ੁਰੂਆਤ ਪਹਿਲਾਂ ਲੁਧਿਆਣੇ ਤੋਂ ਕੀਤੀ ਗਈ ਸੀ, ਲੇਕਿਨ ਅੱਜ ਤਰਨਤਾਰਨ ਦੇ ਹਲਕਾ ਵਿਧਾਨ ਸਭਾ ਪੱਟੀ ਵਿੱਚ ਇੱਕ ਮੋਦੀਖਾਨਾ ਖੁੱਲ੍ਹਾ ਹੈ। ਗੁਰੂ ਨਾਨਕ ਮੋਦੀਖਾਨਾ ਅਸੀਂ ਤੁਹਾਨੂੰ ਕੈਮਰੇ ਦਿਖਾ ਦਾਂਗੇ। ਇੱਥੇ ਸਸਤੀਆਂ ਦਵਾਈਆਂ ਮਿਲਦੀਆਂ ਹਨ ਤੇ ਇਹ ਬੀਬੀ ਰਮਿੰਦਰਜੀਤ ਕੌਰ ਜੋ ਕਿ ਪੰਜਾਬ ਵਿੱਚ ਪਹਿਲੀ ਇੱਕ ਔਰਤ ਆ, ਪਹਿਲੀ ਇੱਕ ਭੈਣ ਜੀ ਜਿਨ੍ਹਾਂ ਨੇ ਆਪਣਾ ਮੈਡੀਕਲ ਸਟੋਰ ਖੋਲ੍ਹਿਆ ਵਾ, ਜਿੱਥੇ ਆਮ ਲੋਕਾਂ ਨੂੰ ਸਸਤੀਆਂ ਦਵਾਈਆਂ ਦਿੱਤੀਆਂ ਨੇ। ਤੁਸੀਂ ਦੇਖ ਰਹੇ ਹੋ ਮੈਡੀਕਲ ਸਟੋਰ ਤੇ ਲੋਕਾਂ ਦੀਆਂ ਭੀੜਾਂ ਲੱਗੀਆਂ ਪਈਆਂ ਨੇ, ਕਿਉਂਕਿ ਇੱਥੋਂ ਦਵਾਈਆਂ ਸਸਤੀਆਂ ਮਿਲਦੀਆਂ ਨੇ, ਸਹੂਲਤ ਮਿਲਦੀ ਪਈ ਆ। ਭਾਵੇਂ ਕਿ ਇਸ ਮੈਡੀਕਲ ਸਟੋਰ ਖੁੱਲ੍ਹਣ ਨਾਲ, ਜਿਹੜੇ ਸਿੱਧੂ ਮੋਦੀਖਾਨਾ ਜਾਂ ਗੁਰੂ ਨਾਨਕ ਮੋਦੀਖਾਨੇ ਖੁੱਲ੍ਹਣ ਨਾਲ ਲੋਕਾਂ ਵਿੱਚ ਆਮ ਜਿਹੜੇ ਮੈਡੀਕਲ ਸਟੋਰ ਜਿਹੜੇ ਮਹਿੰਗੀਆਂ ਦਵਾਈਆਂ ਦਿੰਦੇ ਸਨ ਉਹਨਾਂ ਨੂੰ ਇਹਦੀ ਵਿਰੋਧਤਾ ਕੀਤੀ ਜਾ ਰਹੀ ਆ, ਪਰ ਫਿਰ ਵੀ ਲੋਕਾਂ ਦੇ ਸਹਿਯੋਗ ਨਾਲ ਇਹ ਮੋਦੀਖਾਨੇ ਖੋਲ੍ਹੇ ਹਨ ਤੇ ਪੂਰੇ ਪੰਜਾਬ ਵਿੱਚ ਇਹ ਸਾਡੇ ਤਰਨਤਾਰਨ ਜ਼ਿਲ੍ਹੇ ਦਾ ਮੋਦੀਖਾਨਾ ਜਿਹੜਾ ਪਹਿਲਾ ਮੋਦੀਖਾਨਾ ਜਿਹੜਾ ਖੁੱਲ੍ਹਾ ਵਾ। ਅਸੀਂ ਗੱਲ ਕਰਾਂਗੇ ਭੈਣ ਜੀ ਰਮਿੰਦਰਜੀਤ ਕੌਰ ਜੀ ਨਾਲ। ਭੈਣ ਜੀ ਰਮਿੰਦਰਜੀਤ ਕੌਰ ਜੀ, ਤੁਹਾਨੂੰ ਦੱਸੋ ਜੀ ਇਹ ਕਿਸ ਤਰ੍ਹਾਂ ਲੱਗਾ ਵੀ ਜਿਹੜਾ ਤੁਸੀਂ ਮੋਦੀਖਾਨਾ ਖੋਲ੍ਹਣਾ ਵਾ, ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ? ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਕੋਵਿਡ-19 ਚੱਲ ਰਿਹਾ ਆ, ਬਹੁਤ ਲੋਕਾਂ ਦੀਆਂ ਜੌਬਸ ਚਲੇ ਗਈਆਂ, ਫਾਈਨੈਂਸ਼ੀਅਲ ਪ੍ਰੋਬਲਮਸ ਆਉਣ ਲੱਗ ਗਈਆਂ। ਮੈਂ ਇੱਥੇ ਬੜੇ ਗਰੀਬ ਆਂਟੀਆਂ ਜਿਹੜੀਆਂ ਵਿਚਾਰੀਆਂ ਦਿਹਾੜੀ ਕਰਕੇ ਜਾਂਦੀਆਂ ਸੀ, 200-300 ਰੁਪਈਆ ਮਿਲਦਾ ਆ, ਜੇ 100-150 ਦੀ ਉਹ ਵਿੱਚੋਂ ਦਵਾਈ ਲੈ ਕੇ ਜਾਣਗੀਆਂ ਤਾਂ ਫਿਰ ਉਹ ਰੋਟੀ ਕਿੱਥੋਂ ਖਾਣਗੀਆਂ। ਫਿਰ ਮੈਨੂੰ ਲੱਗਾ ਕਿ ਨਹੀਂ, ਮੈਨੂੰ ਹੈਲਪ ਕਰਨੀ ਚਾਹੀਦੀ ਆ ਲੋਕਾਂ ਦੀ। ਇਸ ਮੋਦੀਖਾਨੇ ਖੋਲ੍ਹਣ ਨਾਲ ਤੁਹਾਡੀ ਕੋਈ ਵਿਰੋਧਤਾ ਵੀ ਹੋਈ ਹੈ? ਕੋਈ ਪ੍ਰੋਬਲਮ ਨਹੀਂ ਵੀਰ ਜੀ, ਜਿਨ੍ਹਾਂ ਨੇ ਵਿਰੋਧਤਾ ਕਰਨੀ ਆ ਕਰਨ। ਵੇਖੋ ਹਰ ਕਿਸੇ ਦਾ ਆਪਣਾ ਕੰਮ ਆ, ਮੈਂ ਲੋਕਾਂ ਨੂੰ ਦੇਣੀਆਂ ਅਫੋਰਡ ਕਰ ਸਕਦੀ ਆ ਤੇ ਮੈਂ ਦੇ ਰਹੀ ਆ। ਮੈਂ ਤਾਂ ਕਹਿੰਦੀ ਆ ਜਿਹੜੇ ਅਫੋਰਡ ਕਰ ਸਕਦੇ ਉਹ ਦੇਣ। ਤੁਹਾਡਾ ਹੋਰ ਗਾਂ ਕੀ ਮਿਸ਼ਨ ਹੈ? ਜਿਸ ਤਰ੍ਹਾਂ ਕੋਈ ਗਰੀਬ ਲੋਕ ਨੇ ਜਿਹੜੇ ਵੀਰ ਜੀ ਘਰਾਂ ਕੋਲ ਪੈਸੇ ਨਹੀਂ, ਉਹਨਾਂ ਨੂੰ ਤੁਸੀਂ ਦਵਾਈਆਂ ਫਿਰ ਮੈਂ ਫ੍ਰੀ ਆਫ ਕਾਸਟ ਦੇ ਰਹੀ ਹਾਂ ਜਿੰਨਾ ਮੇਰੇ ਕੋਲ ਹੋ ਸਕਦਾ ਆ, ਕਿਉਂਕਿ ਮੈਂ ਸਿਰਫ ਇੱਕ ਇਕੱਲੀ ਸਿੰਗਲ ਕਰ ਰਹੀ ਹਾਂ। ਠੀਕ ਆ, ਮੇਰੀ ਕੋਈ ਐਨਜੀਓ ਨਹੀਂ ਆ, ਮੈਂ ਕਿਸੇ ਕੋਲੋਂ ਕੋਈ ਹੈਲਪ ਨਹੀਂ ਲੈ ਰਹੀ। ਜਿੰਨਾ ਮੇਰੇ ਕੋਲ ਆਪਣੇ ਕੋਲ ਹੋ ਸਕਦਾ ਮੈਂ ਸਿਰਫ ਉਹਨਾਂ ਕਰੂੰਗੀ। ਕੋਈ ਘਰਾਂ 'ਚ ਵੀ ਦਵਾਈਆਂ ਦੀ ਪਹੁੰਚਾਈਆਂ ਜਾ ਰਹੀਆਂ? ਨਹੀਂ ਵੀਰ ਜੀ, ਹਾਲੇ ਨਹੀਂ। ਐਮਰਜੈਂਸੀ ਅੰਟਿਲ ਬਹੁਤ ਐਮਰਜੈਂਸੀ, ਕੋਈ ਬਹੁਤ ਜ਼ਿਆਦਾ ਬਜ਼ੁਰਗ ਆ, ਠੀਕ ਆ, ਉਹਨਾਂ ਨੂੰ ਪਹੁੰਚਾਈ ਜਾਊਗੀ। ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਪਿਆ ਆਮ ਪਬਲਿਕ ਵੱਲੋਂ? ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਵੀਰ ਜੀ। ਸਾਡੇ ਨਾਲ ਇੱਥੇ ਮੌਜੂਦ ਨੇ ਰਮਿੰਦਰਜੀਤ ਕੌਰ ਜੀ ਦੇ ਪਿਤਾ ਜੀ ਸੁਖਵਿੰਦਰ ਸਿੰਘ ਸਿੱਧੂ, ਜੋ ਕਿ ਕਾਂਗਰਸ ਪਾਰਟੀ ਨਾਲ ਵੀ ਸੰਬੰਧ ਰੱਖਦੇ ਨੇ। ਉਹਨਾਂ ਦਾ ਇਹ ਉਪਰਾਲਾ ਕੀਤਾ ਗਿਆ ਵੀ ਜਿਹੜੀ ਆਮ ਜਿਹੜੀ ਪਬਲਿਕ ਆ, ਜਿਹੜੀ ਗਰੀਬ ਜਨਤਾ ਵਾ, ਉਹਨਾਂ ਨੂੰ ਸਸਤੇ ਰੇਟ ਤੇ ਦਵਾਈਆਂ ਮੁਹੱਈਆ ਕੀਤੀਆਂ ਜਾਣ। ਅਸੀਂ ਉਹਨਾਂ ਵੀ ਗੱਲ ਕਰਾਂਗੇ। ਸੁਖਵਿੰਦਰ ਸਿੰਘ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ। ਸਿੱਧੂ ਸਾਹਿਬ, ਕਿਸ ਤਰ੍ਹਾਂ ਤੁਹਾਨੂੰ ਇਹ ਮਨ 'ਚ ਆਇਆ ਵੀ ਇਹ ਮੋਦੀਖਾਨਾ ਖੋਲ੍ਹਿਆ ਜਾਵੇ? ਵੇਖੋ ਜੀ, ਮੈਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ, ਬਹੁਤ ਧੰਨਵਾਦ ਮੀਡੀਆ ਦਾ ਕਿ ਜਿਨ੍ਹਾਂ ਨੇ ਇਹ ਸਾਡੇ ਛੋਟੇ ਜਿਹੇ ਉਪਰਾਲੇ ਨੂੰ ਬੜੀ ਦੁਨੀਆ ਦੇ ਕੋਨੇ-ਕੋਨੇ 'ਚ ਮੈਂ ਸਮਝਦਾ ਪਹੁੰਚਾਤਾ ਔਰ ਪਹੁੰਚਾ ਰਿਹਾ। ਮੈਂ ਧੰਨਵਾਦ ਕਰਦਾ ਸਾਰੀ ਪ੍ਰੈਸ ਦਾ, ਇਲੈਕਟ੍ਰੋਨਿਕ ਮੀਡੀਆ ਦਾ ਵੀ, ਸਾਰਿਆਂ ਦਾ ਹੀ। ਔਰ ਮੈਂ ਸਮਝਦਾ ਕਿ ਪਿਛਲੇ ਦਿਨਾਂ ਵਿੱਚ ਜਿਹੜੀ ਆ ਮਹਾਂਮਾਰੀ ਚੱਲ ਰਹੀ ਹੈ ਔਰ ਉਹਦੇ ਸਬੰਧ ਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ ਸਮੇਂ ਵਿੱਚ ਸਾਨੂੰ ਵੀ ਸੋਸ਼ਲ ਵਰਕ ਕਰਨ ਦਾ ਮੌਕਾ ਮਿਲਿਆ ਵਾ ਔਰ ਬਹੁਤ ਮਤਲਬ ਲੋਕਾਂ ਦੀ ਹਾਲਤ ਬੜੀ ਪਤਲੀ ਆ। ਔਰ ਬੇਟੀ ਦੀ ਸੋਚ ਸੀ ਕਿ ਬੇਟੀ ਨੇ ਵੀ ਸਮਝਿਆ ਵੀ ਮੈਂ ਕੁਛ ਨਾ ਕੁਛ ਮਤਲਬ ਆਪਣੀ ਲਾਈਫ ਵਿੱਚ ਡੈਡੀ ਕਰਨਾ ਚਾਹੁੰਦੀ ਹਾਂ ਔਰ ਮੈਂ ਇਹਨੂੰ ਉਤਸ਼ਾਹਿਤ ਕੀਤਾ। ਔਰ ਇਹਦੇ ਕੋਲ ਮੈਂ ਸਮਝਦਾ ਕਿ 1 ਲੱਖ ਰੁਪਈਆ ਸੀ ਔਰ ਇਹਨੇ 1 ਲੱਖ ਦੇ ਰੁਪਈਏ ਦੇ ਨਾਲ ਹੀ ਆਪਣੀ ਮੈਡੀਸਨ ਪਾ ਕੇ ਤੇ ਉਹ ਸ਼ੁਰੂ ਕਰ ਦਿੱਤਾ ਕੰਮ। ਔਰ ਅੱਜ ਪਰਮਾਤਮਾ ਦੀ ਕਿਰਪਾ ਵਾ ਔਰ ਹਰ ਬੰਦੇ ਨੇ ਮਤਲਬ ਐਪਰੀਸ਼ੀਏਟ ਕੀਤਾ ਵਾ, ਭਾਵੇਂ ਉਹ ਕਿਵੇਂ, ਹਰ ਬੰਦੇ ਨੇ ਕਿਹਾ ਵੀ ਬਿਲਕੁਲ ਬੇਟਾ ਬਹੁਤ ਵਧੀਆ, ਅਸੀਂ ਤੇਰੇ ਨਾਲ ਆ। ਔਰ ਮੈਂ ਸਮਝਦਾ ਕਿ ਜਿਹੜੇ ਹਾਲਾਤ ਬਣੇ ਪਏ ਨੇ ਆਹ 3-4 ਦਿਨ ਤੋਂ ਜਦੋਂ ਦਾ ਇਹ ਮੋਦੀਖਾਨਾ ਖੁੱਲ੍ਹਾ ਵਾ, ਮੈਂ ਦੇਖਿਆ ਕਿ ਜਿਹੜਾ ਇੰਨੀ ਮਹਿੰਗੀ ਦਵਾਈ ਸੀ ਜਿਹੜੀ ਅਸੀਂ ਸਸਤੀ ਦੇ ਰਹੇ ਹਾਂ, ਉਹ ਵੀ ਕਈਆਂ ਕੋਲ ਲੋਕਾਂ ਕੋਲੋਂ 30 ਰੁਪਏ ਵੀ ਪੱਤੇ ਦੇ ਨਹੀਂ ਨਿਕਲ ਰਿਹਾ। ਇਹੋ ਜਿਹੇ ਹਾਲਾਤ ਮੈਂ ਲੋਕਾਂ ਦੇ ਇੱਥੇ ਦੇਖ ਰਿਹਾ 5-4 ਦਿਨ ਤੋਂ। ਪਰ ਮੈਂ ਸਮਝਦਾ ਕਿ ਆਪਾਂ ਤਕੜੇ ਹੋ ਗਏ। ਜੇ ਕੋਈ ਮੇਰਾ ਵੀਰ ਕੋਈ ਦਵਾਈ ਡੋਨੇਟ ਕਰਨੀ ਚਾਹੁੰਦਾ, ਮੇਰੀ NRI ਵੀਰਾਂ ਨੂੰ ਵੀ ਬੇਨਤੀ ਹੈ, ਕਿਉਂਕਿ ਬੇਟੀ ਨੇ ਉਪਰਾਲਾ ਕੀਤਾ, ਉਹਨੇ ਆਪਣੇ ਬਜਟ ਅਨੁਸਾਰ ਸ਼ੁਰੂ ਕਰ ਦਿੱਤਾ ਕੰਮ। ਜੇ ਕੋਈ ਮੇਰਾ ਵੀਰ ਕੋਈ ਦਵਾਈ ਡੋਨੇਟ ਕਰਨਾ ਚਾਹੁੰਦਾ ਵਾ, ਕੋਈ NRI ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜ਼ਰੂਰ ਫ੍ਰੀ ਆਫ ਕਾਸਟ ਅਸੀਂ ਦਿਆਂਗੇ
ਔਰ ਸਾਡੇ ਨਾਲ ਉਹ ਸੰਪਰਕ ਕਰ ਸਕਦਾ। ਔਰ ਮੇਰੀ ਇੱਕ ਹੋਰ ਬੇਨਤੀ ਹੈ ਕਿ ਰਿਟਾਇਰਡ ਡਾਕਟਰ ਕੋਈ ਕਿਸੇ ਦਾ ਵੀ ਕੋਈ ਮੈਡੀਸਨ ਦਾ ਡਾਕਟਰ ਆ, ਕੋਈ ਵੀ ਡਾਕਟਰ ਆ, ਮੈਂ ਇਹਨੂੰ ਆਪਣਾ ਦਫ਼ਤਰ ਜਿਹੜਾ ਉਹ ਮੁਹੱਈਆ ਕਰਾਊਂਗਾ। ਏਸੀ ਦਫ਼ਤਰ ਆ, ਉਹਨੂੰ ਚਾਹ ਪਾਣੀ ਦਾ ਪ੍ਰਬੰਧ ਵੀ ਕਰਕੇ ਦਊਂਗਾ। ਜੇ ਉਹ 2 ਘੰਟੇ ਕੋਈ ਸੇਵਾ ਕਰਨੀ ਚਾਹੁੰਦਾ ਤੇ ਮੈਂ ਉਹਨਾਂ ਦਾ ਵੈਲਕਮ ਕਰੂੰਗਾ। ਉਹ ਸਸਤੀ ਦਵਾਈ ਅਸੀਂ ਦੇਵਾਂਗੇ ਔਰ ਉਹ ਇੱਥੇ ਬੈਠ ਕੇ 2 ਘੰਟੇ ਉਹ ਆਪਣੀ ਸੇਵਾ ਜਿਹੜੀ ਆ ਫ੍ਰੀ ਔਰ ਕਾਸਟ ਜਿਹੜੀ ਉਹ ਕਰੇ। ਅਸੀਂ ਉਹਦਾ ਵੀ ਧੰਨਵਾਦ ਕਰਾਂਗੇ। ਮੇਰੀ ਫਿਰ ਦੁਬਾਰਾ ਬੇਨਤੀ ਆ ਕਿ ਕੋਈ ਵੀ ਡਾਕਟਰ ਰਿਟਾਇਰਡਮੈਂਟ ਡਾਕਟਰ ਜਿਹੜਾ ਵਾ ਕੋਈ ਵੀ ਆਣ ਕੇ ਇੱਥੇ 2 ਘੰਟੇ ਸੇਵਾ ਜਿਹੜੀ ਉਹ ਕਰ ਸਕਦਾ ਔਰ ਫ੍ਰੀ ਆਫ ਕਾਸਟ ਕਰੇ ਔਰ ਅਸੀਂ ਸਸਤੀ ਦਵਾਈ ਮੁਹੱਈਆ ਉਹਨੂੰ ਕਰਾਵਾਂਗੇ। ਸਾਡੇ ਨਾਲ ਇੱਥੇ ਕੁਝ ਜਿਹੜੇ ਦਵਾਈਆਂ ਲੈ ਰਹੇ ਆਏ ਨੇ ਉਹ ਵੀ ਸ਼ਖਸ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਪਾਪਾ ਜੀ, ਤੁਹਾਨੂੰ ਇੱਥੇ ਦਵਾਈ ਜਿਹੜੀ ਸਸਤੀ ਮਿਲਦੀ ਪਈ, ਕੀ ਕਹਿਣਾ ਚਾਹੁੰਦੇ ਤੁਸੀਂ? ਜੀ ਸਸਤੀ ਕਰਕੇ ਆਏ ਇੱਥੇ, ਪਹਿਲੀ ਦਫਾ ਆਇਆ ਦਵਾਈ ਲੈਣ, ਪਹਿਲੀ ਦਫਾ ਦਵਾਈ ਲੈਣ ਆਇਆ ਜੀ। ਹੁਣ ਵੇਖੋ ਕੀ ਰੇਟ ਮਿਲਦੀ ਹੈ। ਜਿਹੜਾ ਇਹ ਮੋਦੀ ਖਾਨਾ ਖੋਲਿਆ ਵਾ, ਇਹ ਕਿੰਨਾ ਕੁ ਤੁਹਾਨੂੰ ਚੰਗਾ ਲੱਗਦਾ ਪਿਆ? ਬਹੁਤ ਚੰਗਾ ਲੱਗਦਾ ਜੀ। ਜਿਸ ਤਰ੍ਹਾਂ ਭਾਈ ਜਿੰਦੂ ਨੇ ਦੱਸਿਆ ਵਾ ਵੀ ਕਿੱਥੇ 20 ਰੁਪਈਆਂ ਦਾ ਪੱਤਾ 140 ਦੇਂਦਾ ਹੈਗੇ, ਉਸ ਹਿਸਾਬ ਨਾਲ ਬਹੁਤ ਸਸਤੀ ਦਵਾਈ ਮਿਲਦੀ ਇੱਥੋਂ। ਇੱਥੇ ਹੋਰ ਵੀ ਦਵਾਈ ਲੈਣ ਆਏ ਨੇ। ਭਾਜੀ, ਕਿਸ ਤਰ੍ਹਾਂ ਲੱਗਦਾ ਪਿਆ ਤੁਹਾਨੂੰ? ਕਿਸ ਤਰ੍ਹਾਂ ਹੁੰਗਾਰਾ ਮਿਲਿਆ ਆਪਣੇ ਜ਼ਿਲ੍ਹੇ ਵਿੱਚ? ਪਹਿਲਾਂ ਮੈਡੀਕਲ ਸਟੋਰ ਸਿੱਧੂ ਖੋਲਿਆ ਵਾ। ਹਾਂਜੀ, ਮੈਂ ਸੁਖਵਿੰਦਰ ਸਿੰਘ ਸਰਪੰਚ ਉੱਬੋਗੇ ਤੋਂ ਆਇਆ ਸਪੈਸ਼ਲ ਇੱਥੇ ਦੇਖਣੇ, ਤੇ ਬਹੁਤ ਇੱਥੇ ਜ਼ਿਆਦਾ ਜਿਹੜਾ ਮਤਲਬ ਜਿਹੜੇ ਲੋੜਵੰਦ ਦਵਾਈਆਂ ਦੇ ਮਰੀਜ਼ ਜਿਹੜੇ ਉਹ ਪਹੁੰਚ ਰਹੇ ਆ। ਤੇ ਸਿੱਧੂ ਸਾਹਿਬ ਦਾ ਬੜਾ ਤਗੜਾ ਉਪਰਾਲਾ ਵਾ ਕਿ ਜਿਹੜੇ ਆ ਮਤਲਬ ਦਵਾਈ ਜਿਹੜੇ ਆ ਬਹੁਤ ਸਸਤੇ ਰੇਟ ਤੇ ਜਿਹੜੇ ਆ ਉਹ ਦੇ ਰਹੇ ਆ ਲੋੜਵੰਦਾਂ ਨੂੰ। ਤੇ ਲੋੜਵੰਦ ਵੀ ਇਲਾਕੇ ਦੇ ਵਿੱਚ ਪੂਰਾ ਇੱਥੇ ਆਖਣ ਡਿਆ ਵੀ ਜਿਹੜੀ ਆ 200 ਰੁਪਏ ਦੇ ਪੱਤਾ ਆਉਂਦਿਆ ਸੀ, ਉਹ 30-40 ਰੁਪਏ ਦਾ ਪੱਤਾ ਜਿਹੜਾ ਇੱਥੇ ਆ ਮਰੀਜ਼ ਹੁਣੇ ਕਹਿ ਕੇ ਗਿਆ ਵੀ ਇਹ 190 ਰੁਪਏ ਦਾ ਪੱਤਾ ਹੈ ਤੇ ਮੈਨੂੰ ਇੱਥੋਂ 40 ਰੁਪਏ ਦਾ ਮਿਲਿਆ। ਤੇ ਲੋਕੀ ਪੂਰੇ ਇਲਾਕੇ ਦੇ ਮੈਨਾ ਸਿੱਧੂ ਸਾਹਿਬ ਦਾ ਸਮਾਜ ਸੇਵਾ ਕਰ ਰਹੇ ਆ। ਇਲਾਕੇ ਨੂੰ ਬੜੀ ਤਗੜੀ ਮੋਦੀ ਖਾਨਾ ਖੋਲ੍ਹਣ ਦੇ ਨਾਲ ਬਹੁਤ ਵੱਡੀ ਰਾਹਤ ਜਿਹੜੀ ਆ ਮਿਲੂਗੀ ਜੀ। ਕੀ ਲੋਕਾਂ ਨੂੰ ਅਪੀਲ ਕਰਦੇ ਇਸ ਤਰ੍ਹਾਂ ਦੇ ਮੋਦੀ ਖਾਨੇ ਹੋਰ ਵੀ ਖੁੱਲ੍ਹੇ ਜਾਂਦੇ? ਬਿਲਕੁਲ ਜੀ, ਮੈਂ ਅਪੀਲ ਕਰਦਾ ਕਿ ਬਾਬੇ ਨਾਨਕ ਦਾ ਜਿਹੜਾ ਧਰਮ ਹੀ ਇਹੋ ਹੀ ਆ ਸੇਵਾ ਦਾ, ਕਿ ਹਰ ਇੱਕ ਖੇਤਰ ਦੇ ਵਿੱਚ ਮਤਲਬ ਇਹ ਆ ਮੋਦੀ ਖਾਨੇ ਜਿਹੜੇ ਆ ਉਹ ਖੋਲ੍ਹਣੇ ਚਾਹੀਦੇ ਬਾਬੇ ਨਾਨਕ ਦੇ ਨਾਂ ਤੇ, ਤਾਂ ਕਿ ਜਿਹੜੇ ਲੋੜਵੰਦ ਆ ਪੱਟੀ ਸ਼ਹਿਰ ਦੇ ਵਿੱਚ ਹੋਰ ਵੀ ਜੇ ਉਪਰਾਲਾ ਕਰ ਸਕਦੇ ਆ ਕੋਈ, ਉਹ ਵੀ ਮੋਦੀ ਖਾਨੇ ਖੋਲ੍ਹ ਸਕਦੇ ਆ। ਜਿਵੇਂ ਕੋਈ ਸਬਜ਼ੀਆਂ ਦਾ ਜਾਂ ਕੋਈ ਹੋਰ ਕਿਸ ਤਰ੍ਹਾਂ ਦੇ ਵੀ ਵੱਖ-ਵੱਖ ਵਸਤੂਆਂ ਦੇ ਜਿਹੜੇ ਮੋਦੀ ਖਾਨੇ ਜਿਹੜੇ ਆ ਉਹ ਖੋਲ੍ਹਣੇ ਚਾਹੀਦੇ ਆ। ਧਾਰਮਿਕ ਸੰਸਥਾ ਨੂੰ ਸਾਡੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਆ, ਜੋ ਸਮਾਜ ਸੇਵਕ ਜਥੇਬੰਦੀਆਂ ਉਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਕਿ ਲੋਕਾਂ ਨੂੰ ਜਿਹੜੀ ਆ ਬਾਬੇ ਨਾਨਕ ਦੇ ਰਾਹ ਚੱਲ ਕੇ ਰਾਹ ਦਿੱਤੀ ਜਾਵੇ, ਸਸਤੀਆਂ ਜਿਹੜੀਆਂ ਵਸਤਾਂ ਦਿੱਤੀਆਂ ਜਾਣ ਜੀ। ਲੋਕਾਂ ਦਾ ਵੀ ਇਹੋ ਕਹਿਣਾ ਵਾ ਵੀ ਜਿਹੜੇ ਮੋਦੀ ਖਾਨੇ ਆ ਆਮ ਪਬਲਿਕ ਦੇ ਲਈ ਬਣਾਏ ਗਏ ਆ, ਇਹ ਹਰ ਜ਼ਿਲ੍ਹੇ 'ਚ ਹਰ ਕਸਬੇ ਖੁੱਲ੍ਹਣੇ ਚਾਹੀਦੇ ਆ ਤਾਂ ਜੋ ਆਮ ਜਨਤਾ ਨੂੰ ਦਵਾਈਆਂ ਸਸਤੇ ਰੇਟ 'ਤੇ ਮਿਲ ਜਾਣ। ਸਿੱਧੂ ਸਾਹਿਬ ਦਾ ਇਹ ਵੀ ਉਹਨਾਂ ਕਹਿਣਾ ਵਾ ਵੀ ਜਿਹੜਾ ਇਹ ਮੈਂ ਮੋਦੀ ਖਾਨਾ ਖੋਲ੍ਹਿਆ ਵਾ, ਇਹ ਆਪਣੀ ਬੇਟੇ ਨੂੰ ਸਿਰਫ 1 ਲੱਖ ਰੁਪਏ ਦੀ ਰਾਸ਼ੀ ਨਾਲ ਖੋਲ੍ਹ ਦਿੱਤਾ ਸੀ ਤੇ ਉਹਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਇੱਥੇ। ਲੇਕਿਨ ਉਹਨਾਂ ਨੇ ਇਹ ਅਪੀਲ ਕੀਤੀ ਆ ਵੀ ਜੇ ਕਿਸੇ ਡਾਕਟਰ ਨੂੰ ਜਿਹੜਾ ਇੱਥੇ ਉਹਨਾਂ ਕੋਲ ਦਫ਼ਤਰ ਆਪਣਾ ਬਣਿਆ ਵਾ, ਉਹਨੂੰ ਕਿਸੇ ਜਿਹੜਾ ਵਧੀਆ ਡਾਕਟਰ ਹੈਗਾ ਵਾ ਉਹ ਇੱਥੇ ਆ ਕੇ ਪ੍ਰੈਕਟਿਸ ਕਰ ਸਕਦਾ ਵਾ, ਆਮ ਪਬਲਿਕ ਨੂੰ ਦਵਾਈਆਂ ਦੇ ਸਕਦਾ ਵਾ। ਅਸੀਂ ਉਹਨਾਂ ਨੂੰ ਦਫ਼ਤਰ ਵੀ ਦਿੱਤਾਵਾਂਗੇ, ਨਾਲੇ ਨਾਲ ਉਹਨਾਂ ਨੂੰ ਚਾਹ ਪਾਣੀ ਰਾਸ਼ਨ ਪਾਣੀ ਦਿੱਤਾ ਜਾਊਗਾ। ਹੁਣ ਵੇਖਣਾ ਹੋਏਗਾ ਵੀ ਜਿਹੜੇ ਇਸ ਤਰ੍ਹਾਂ ਦੇ ਕਿੰਨੇ ਮੋਦੀਖਾਨੇ ਹੋਰ ਖੋਲ੍ਹ ਸਕਦੇ ਨੇ ਪੰਜਾਬ ਵਿੱਚ, ਕੀ ਇਹਨਾਂ ਦੀ ਕੋਈ ਵਿਰੋਧਤਾ ਹੋਏਗੀ ਕਿ ਨਹੀਂ ਹੋਏਗੀ, ਕੀ ਆਮ ਪਬਲਿਕ ਨੂੰ ਇਹਨਾਂ ਦਾ ਸਹੂਲਤਾਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ। ਤਰਨਤਾਰਨ ਤੋਂ ਸਾਂਝਾ ਟੀਵੀ ਦੀ ਕੁਲਦੀਪ ਸਿੰਘ ਦੀ ਰਿਪੋਰਟ। ਜਾਂਦੇ ਜਾਂਦੇ ਇੱਕ ਵਾਰ ਫੇਰ ਤੋਂ ਨਜ਼ਰ ਅਹਿਮ ਸੁਰਖੀਆਂ ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 267 ਸਰੂਪਾਂ ਦੀ ਕਮੇਟੀ ਨੇ ਕੀਤੀ ਜਾਂਚ ਕੀਤਾ ਗਿਆ ਰਿਕਾਰਡ ਅਲਮਾਰੀ ਵਿੱਚ ਰੱਖ ਕੇ ਰੂਮ ਨੂੰ ਕੀਤਾ ਸੀ। ਹੁਸ਼ਿਆਰਪੁਰ ਵਿੱਚ 11 ਸਾਲਾ ਬੱਚੀ ਨਾਲ ਜਬਰ ਜਨਾਹ, 26 ਸਾਲਾ ਨੌਜਵਾਨ ਨੇ ਕੀਤਾ ਬੱਚੀ ਨਾਲ ਘਿਨੌਣਾ ਕੰਮ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ। ਮੋਗਾ ਵਿੱਚ ਬਣਿਆ ਤਣਾਪੂਰਨ ਮਾਹੌਲ, ਕੱਪੜੇ ਦੇ ਸ਼ੋਰੂਮ ਅੰਦਰ ਵੜ ਕੇ ਦੁਕਾਨਦਾਰ ਤੇ ਕੀਤਾ ਜਾਨਲੇਵਾ ਹਮਲਾ, ਦੁਕਾਨਦਾਰ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਮੌਕੇ ਤੇ ਹੋਈ ਮੌਤ। ਅਤੇ ਪੱਟੀ ਸ਼ਹਿਰ ਵਿੱਚ ਵੀ ਖੋਲਿਆ ਗਿਆ ਸਸਤੀ ਦਵਾਈਆਂ ਲਈ ਗੁਰੂ ਨਾਨਕ ਮੋਦੀਖਾਨਾ, ਮਹਿਲਾ ਵੱਲੋਂ ਖੋਲਿਆ ਗਿਆ ਸਸਤੀ ਦਵਾਈਆਂ ਲਈ ਗੁਰੂ ਨਾਨਕ ਮੋਦੀਖਾਨਾ। ਅੱਜ ਦੇ ਇਸ ਖਾਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ, ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਰਿੰਕੂ ਚੌਧਰੀ ਨੂੰ ਦਿਓ ਇਜਾਜ਼ਤ। ਧੰਨਵਾਦ। This show is sponsored by Ashoka Tandoori Range. Enjoy the Indian taste.